ਅੱਜ ਬਠਿੰਡਾ ਵਿਖੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਲਾਮ ਲਸ਼ਕਰ ਨਾਲ ਪਹੁੰਚੇ, ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਸੁਰਜੀਤ ਸਿੰਘ ਤੇ ਮਾਨਵੀ ਸਨ, ਜਿਸ ਨੂੰ ਰਾਜਾ ਵੜਿੰਗ ਦੀ ਨਿਯੁਕਤੀ ਦਾ ਵਿਰੋਧ ਕਰਨ ਤੇ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਅਜਿਹੇ ਹੀ ਕੁਝ ਹੋਰ ਲੀਡਰ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਸਨ, ਜਿਨ੍ਹਾਂ ਦੀ ਟਿਕਟ ਕੱਟੀ ਗਈ ਜਾਂ ਸੰਭਾਵਨਾ ਦੇ ਬਾਵਜੂਦ ਟਿਕਟ ਨਹੀਂ ਸੀ ਮਿਲ ਸਕੀ ਜਾਂ ਫਿਰ ਚੋਣਾਂ ਦੌਰਾਨ ਹਾਰ ਗਏ ਸਨ। ਉਹ ਵੀ ਕਾਂਗਰਸੀ ਸਨ, ਜਿਨ੍ਹਾਂ ਨੂੰ ਆਸ ਹੈ ਕਿ ਰਾਜਾ ਵੜਿੰਗ ਉਹਨਾਂ ਦੇ ਸਿਆਸੀ ਵਿਰੋਧੀਆਂ ਦਾ ਹੀ ਪੱਖ ਪੂਰਨਗੇ। ਅੱਜ ਦੇ ਸ਼ਕਤੀ ਪ੍ਰਦਰਸ਼ਨ ਤੋਂ ਸੰਕੇਤ ਮਿਲ ਰਹੇ ਹਨ ਕਿ ਸਿੱਧੂ ਆਉਣ ਵਾਲੇ ਦਿਨਾਂ ਵਿੱਚ ਨਵੀਂ ਖੇਤਰੀ ਪਾਰਟੀ ਦਾ ਵੀ ਐਲਾਨ ਕਰ ਸਕਦੇ ਹਨ, ਕਿਉਂਕਿ ਵਿਧਾਇਕੀ ਮਿਲੀ ਨਹੀਂ ਤੇ ਪ੍ਰਧਾਨਗੀ ਵੀ ਖੁੱਸ ਗਈ। ਦੇਖਿਆ ਜਾਵੇ ਤਾਂ ਸਿਆਸੀ ਗਲਿਆਰਿਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਅਕਾਲੀ ਦਲ ਖਤਮ ਹੋ ਚੁੱਕਿਆ ਹੈ ਤੇ ਪੰਜਾਬ ਨੂੰ ਇੱਕ ਨਵੀਂ ਖੇਤਰੀ ਪਾਰਟੀ ਦੀ ਜ਼ਰੂਰਤ ਹੈ। ਇੱਕ ਗੱਲ ਹੋਰ ਜ਼ਿਕਰਯੋਗ ਹੈ ਕਿ ਸਿੱਧੂ ਅੱਜ ਗੱਲਾਂ-ਗੱਲਾਂ ਵਿੱਚ ਭਾਜਪਾ ਵੱਲ ਨੂੰ ਜਾਂਦਾ ਰਾਹ ਵੀ ਪੱਧਰਾ ਕਰਦੇ ਨਜ਼ਰ ਆਏ। ਭਾਈਜਾਨ, ਮੈਂ ਪਹਿਲਾਂ ਵੀ ਇੱਥੇ ਆਇਆ ਸੀ, ਬੜੀਆਂ ਅੱਛੀਆਂ ਯਾਦਾਂ ਨੇ ਬਠਿੰਡੇ ਦੀਆਂ, ਔਰ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਸਾਥੀਆਂ ਦਾ ਜਿਹੜੇ ਅੱਜ ਇੱਥੇ ਬੈਠੇ ਆ। ਇਹ ਜਿੰਨਾ ਕਾਂਗਰਸ ਨੂੰ ਪਿਆਰ ਕਰਦੇ ਆ, ਉਸ ਤੋਂ ਵੱਧ ਸ਼ਾਇਦ ਪੰਜਾਬ ਨੂੰ ਪਿਆਰ ਕਰਦੇ। ਕੁਛ ਅਰਸਾ ਪਹਿਲਾਂ, ਔਰ ਮੈਂ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆਇਆ ਉਦੋਂ 2-3 ਦਿਨਾਂ ਬਾਅਦ ਹੀ ਨਿਕਲ ਗਿਆ ਸੀ ਬਾਹਰ। ਇਹ ਇਹਨਾਂ ਸਾਥੀਆਂ ਦੀ ਬਦੌਲਤ ਹੈ ਜੋ 7-8 ਆਏ ਪਹਿਲਾਂ ਮੇਰੇ ਕੋਲ ਸਿੱਧੂ ਸਾਹਿਬ ਮਿਲਣਾ ਹੈ, ਆਖੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਕਾਂਗਰਸ ਹਾਰੀ ਹੈ ਪਰ ਮਰੀ ਨਹੀਂ। ਇਹ ਇਹਨਾਂ ਦਾ ਡਾਇਲੋਗ ਹੈ। ਇਹਨਾਂ ਚੋਂ 2-4 ਬੰਦਿਆਂ ਨੇ ਮੈਨੂੰ ਕਿਹਾ ਸੀ ਤੇ ਵਧੀਆ ਅੱਗੇ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੁੱਦਿਆਂ ਦੀ ਪਹਿਰੇਦਾਰੀ ਕਰੀ। ਜਿਹੜਾ ਲਾਈਕ ਮਾਈਂਡਡ ਆਦਮੀ ਮੁੱਦਿਆਂ ਦੀ ਪਹਿਰੇਦਾਰੀ ਕਰਨਾ ਚਾਹੁੰਦਾ, ਮੈਨੂੰ ਬੁਲਾਉਣਾ ਚਾਹੁੰਦਾ, ਮੈਂ ਉੱਥੇ ਆਊਂ, ਤੁਸੀਂ ਮੇਰੇ ਕੋਲ ਆਓ। ਆਪਾਂ ਪੰਜਾਬ ਦੇ ਲੋਕਾਂ ਦੇ ਪ੍ਰੋਬਲਮ ਦੇ ਮਸਲਿਆਂ ਦੇ ਹੱਲ ਦੇ, ਔਰ ਉਹਦੇ ਲਈ ਇੱਕ ਬੜੀ ਹੀ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਪਲੇ ਕਰੀਏ। ਸਰਕਾਰ ਨੂੰ ਅਕਾਊਂਟੇਬਲ ਬਣਾਈਏ ਔਰ ਇੱਕ ਟਰਾਂਸਪੇਰੈਂਟ ਤਰੀਕੇ ਦੇ ਨਾਲ ਉਹਨਾਂ ਨੂੰ ਕਹੀਏ ਵੀ ਦੱਸੋ ਭਾਈ, ਜੇ ਪੰਜਾਬ ਦੇ ਲੋਕ ਤੁਹਾਡੇ ਹਿੱਸੇਦਾਰ ਨੇ, ਭਾਗੀਦਾਰ ਨੇ, ਤੇ ਤੁਸੀਂ ਉਹਨਾਂ ਨੂੰ ਦੱਸੋ ਆਹ ਮੁੱਦੇ ਨੇ। ਅੱਜ ਵੀ ਮੈਂ ਬੜੇ 2 ਅਹਿਮ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਆ, ਬਹੁਤ 2 ਅਹਿਮ ਮੁੱਦਿਆਂ, ਔਰ ਆਗਾਹ ਕਰਨਾ ਆ ਕਿ ਸਾਡੀ ਵਿੱਤੀ ਜਿਹੜੀ ਹਾਲਤ ਹੈ ਉਹਦੇ ਉੱਤੇ ਸਵਾਲ ਉੱਠ ਰਹੇ ਨੇ। ਅੱਜ ਵਿਜ ਸਾਹਿਬ ਦੀ ਸਟੇਟਮੈਂਟ ਆਈ ਹੈ, ਤੁਸੀਂ ਸਾਰਿਆਂ ਨੇ ਉਹ ਸਟੇਟਮੈਂਟ ਦੇਖੀ। ਕੁਝ ਆਈਐਸ ਆਫੀਸਰ ਆਪਣਾ ਵੇਰਵਾ ਦੇ ਕੇ ਆਏ ਉੱਤੇ ਸੈਂਟਰ ਦੀ ਸਰਕਾਰ ਕਿ ਵੀ ਆਰ ਹੈਡਡ ਟੁਵਰਡਸ ਫਾਈਨੈਂਸ਼ੀਅਲ ਐਮਰਜੈਂਸੀ। ਇਹ ਸਾਰਾ ਕੁਝ ਠੀਕ ਹੈ, ਲੇਕਿਨ ਪੰਜਾਬ ਦੇ ਵਿੱਚ ਇਹਨਾਂ ਗੱਲਾਂ ਚੋਂ ਹੱਲ ਨਿਕਲਦੇ, ਔਰ ਮੈਂ ਹਮੇਸ਼ਾ ਪ੍ਰੋਬਲਮਸ ਨਾਲੋਂ ਜ਼ਿਆਦਾ ਹੱਲਾਂ ਦੀ ਗੱਲ ਕੀਤੀ कि देयर इज अ सोल्यूशन, हर मुश्किल का हल होता है आज नहीं तो कल। मैं आज भी उसे कंस्ट्रक्टिव ओपोजिशन का रोल अदा कर रहा, मेरे साथी उदों वध कर रहे कि जिन्ने ने ये शायद मेरे रोल नालों इन्हां दा वड्डा रोल है। आंदे सार मैनू 4 बंदियां ने कहा, मैं वो भी तारीफ करना चाहता। ओपोजिशन का मतलब ये नहीं भी हरेक नूं गालां कड्ढी जाओ। आंदे सार इत्थे लोकां ने कहा कि जी असीं 4.5 घंटे पहुँचते होंदे बठिंडे, अज 2 पहुँच गए। मैं रियलाइज़ किया भी 4.5 घंटे पहुँचते होंदे बठिंडे ते अज असीं भी 2.25 घंटे। हर बंदा सरप्राइज है यार भी असीं 4 घंटे पहुँचते होंदे, अज 2 घंटे पहलां किवें पहुँच गए। ये जिहड़े हाईवे बनाए आ गडकरी साहब ने, दे नीड टू बी कॉम्पलीमेंटेड। पहली गल, ये जरूरी नहीं है कि जो कोई ओपोजिशन होवे तो उन्होंने निंदी जाओ। आई मस्ट कॉम्पलीमेंट कि उन्होंने जिंदगी बेहतर बनाने दे लई, और मैं गल देखो किदां निकली है, ट्रैवल चों निकली है। जदों तुसीं सत्ता हासिल करने लई झूठ बोल दिंदे हो कि जी मैं कुछ भी बोल दियां बस सत्ता मिल जे मैनूं, वो गलत है। लेकिन जदों तुसीं कुछ ऐसा करदे हो कि पंजाब दे लोकां दी और दुनिया दे लोकां दी जिंदगी बदलदी है, ये जिंदगी बदली कि नहीं? 2.5 घंटे बचे साहब, तो मैं तारीफ करदा। लेकिन अज कुछ वायदे ऐसे होए ने जिहड़े कि ब्लेटेंट गोइंग बैक ऑन योर वर्ड ऑफ ऑनर, ब्लेटेंट बिट्रेयल ऑफ पंजाब। मैं 2 गल्लां वाल तुहाडा ध्यान आकर्षित करना चाहना। एक
ਸਾਡੀ ਫਾਈਨੈਂਸ਼ੀਅਲ ਪੋਜੀਸ਼ਨ, ਸਾਡੀ ਵਿਗੜਦੀ ਵਿੱਤੀ ਹਾਲਤ, ਉਹਨਾਂ ਦੇ ਵਿੱਚ ਇੱਕ ਫ੍ਰੀ ਬੀਜ਼ ਜਿਹੜੀਆਂ ਨੇ ਇਹ ਕਿਤੇ ਪੰਜਾਬ ਨੂੰ ਦਿਵਾਲੀਆ ਨਾ ਕਰ ਦੇ। ਇਹ ਚਿੰਤਾ ਹਰੇਕ ਦੀ ਜਾਇਜ਼ ਹੈ। ਔਰ ਦੂਸਰਾ, ਬਿਜਲੀ ਮਾਫ ਕਰਨਾ, ਤੁਸੀਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਸੱਤਾ ਹਾਸਲ ਕਰਨ ਦੇ ਲਈ ਇੱਥੇ ਆਏ ਸੀ, ਤੁਸੀਂ ਅਨਾਉਂਸਮੈਂਟ ਸਾਰਿਆਂ ਜੋਗੀ ਕੀਤੀ ਸੀ ਬਿਜਲੀ ਦੀ। ਤੁਸੀਂ ਕਿਸੇ ਨੂੰ ਡੀਮਾਰਕੇਟ ਕਰਕੇ ਨਹੀਂ ਗਿਆ। ਤੁਸੀਂ ਸਾਡੇ ਨਾਲੋਂ ਬਿਹਤਰ ਆਪਸ਼ਨ ਕਿਵੇਂ ਬਣੇ? ਕਿਉਂਕਿ ਐਸਸੀ ਭਾਈਚਾਰੇ ਨੂੰ, ਐਸਟੀ ਭਾਈਚਾਰੇ ਨੂੰ, ਫਰੀडम ਫਾਈਟਰਸ ਨੂੰ ਅਸੀਂ ਵੀ 200 ਯੂਨਿਟ ਫਰੀ ਦਿੰਦੇ ਸੀ। 2 ਮਹੀਨਿਆਂ ਦੇ 400 ਮਿਲਦੇ ਸੀ, ਤੁਸੀਂ 600 ਦੇਤੇ ਤੇ ਕਿਹੜਾ ਮਾਰਕਾ ਮਾਰਿਆ? ਤੁਸੀਂ ਇਹ ਕਿਹਾ ਵੀ ਸਾਰਿਆਂ ਨੂੰ ਦਿਆਂਗੇ, ਤੇ ਅੱਜ ਤੁਸੀਂ ਮੁਕਰ ਗਏ ਹੋ, ਸ਼ਰੇਆਮ ਮੁਕਰ ਗਏ ਹੋ ਔਰ ਬਸ਼ਰਮੀ ਨਾਲ ਮੁਕਰ ਗਏ ਹੋ। इत्थों पता लगता है कि कुछ तो रही होंगी उनकी भी मजबूरियां, यूं ही चाह के तो कोई बेवफा नहीं होता। मजबूरियां की ने? मजबूरियां ये ने भी PSPCL ਦੇ ਉੱਤੇ 17,000 ਕਰੋੜ ਰੁਪਏ ਦਾ ਕਰਜ਼ਾ ਸਾਹਿਬ ਜਿਹੜਾ ਬੈਂਕਾਂ ਤੋਂ ਲਿਆ, ਸਰਕਾਰ ਦੀ ਦੇਣਦਾਰੀ ਉਹਨਾਂ ਦੀ 20,000 ਕਰੋੜ ਤੋਂ ਉੱਤੇ ਹੈ। ਤੇ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, 500 ਕਰੋੜ ਰੁਪਏ ਤਨਖਾਹਾਂ ਦੇਣ ਨੂੰ ਲੈ ਕੇ ਕਰਜ਼ਾ ਬੋਰਡ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ। ਸੋਚ ਕੇ ਤੇ ਵੇਖੋ ਕਿਹੜੀ ਸਿਚੁਏਸ਼ਨ ਦੇ ਵਿੱਚ ਆ ਸੀ। ਇਹ ਪਹਿਲੀ ਵਾਰ ਹੈ, ਅੱਜ ਇਹ ਪਹਿਲੀ ਵਾਰ ਹੈ ਕਿ ਜਿਹੜਾ ਪੰਜਾਬ ਜਾਣਿਆ ਜਾਂਦਾ ਸੀਗਾ ਜੀ ਨੰਬਰ 1 ਪਰਮਵੀਰ ਚੱਕਰ ਜਿੱਤੇ, ਨੰਬਰ 1 ਇਨ ਗ੍ਰੀਨ ਰੈਵੋਲੂਸ਼ਨ, ਨੰਬਰ 1 ਵਾਈਟ ਰੈਵੋਲੂਸ਼ਨ, ਪਹਾੜਾ ਡੈਮ ਨੰਬਰ 1। ਅੱਜ ਸਾਡਾ 55% GDP ਦਾ ਹਿੱਸਾ, 55% of our GDP is debt ridden। मतलब ਆਮ ਬੰਦੇ ਨੂੰ ਜੇ ਸਮਝਾਣਾ ਹੋਵੇ, ਕਿਸੇ ਪੰਜਾਬੀ ਦੇ ਨਾਲ ਕਨਵਰਸੇਸ਼ਨ ਕਰਨੀ ਹੋਵੇ, ਤੇ ਬੜੀ ਗੱਲ ਸਾਫ਼ ਹੈ ਕਿ 55% ਆਪਣੀ ਪੰਜਾਬੀਆਂ ਦੀ ਸਾਰੀ ਆਮਦਨ ਰਲਾ ਕੇ ਕਰਜ਼ੇ ਚਾਰੀ, which is alarming, ਕਿਉਂਕਿ ਇਹ ਹਾਈਐਸਟ ਹੈ ਇੰਡੀਆ 'ਚ। ਅੱਜ ਅਸੀਂ ਜਾਣੇ ਜਾਂਦੇ ਹਾਂ ਕਿ ਕਰਜ਼ੇ ਦੇ ਵਿੱਚ ਸਾਡੀ GDP ਨੰਬਰ 1 ਤੇ, which is shocking। ਮੈਂ ਪੁੱਛਣਾ ਚਾਹਨਾ, ਔਰ ਮੈਂ ਸਪੈਸਿਫਿਕ ਸਵਾਲ ਨੇ ਕੁਝ ਲਿਖੇ ਵੀ ਸੀ ਕਿ ਭਾਈ ਸਰਕਾਰ ਇਹ ਦੱਸੇ ਔਰ ਪਾਰਦਰਸ਼ਤਾ ਦੇ ਨਾਲ ਦੱਸੇ ਵੀ 6,000 ਕਰੋੜ ਰੁਪਏ ਕਿੱਥੋਂ ਲਿਆਏ। ਇਹ 6,000 ਕਰੋੜ ਰੁਪਏ ਲੱਗਣੇ ਆ ਜਿਹੜੇ 600 ਯੂਨਿਟ ਡਿਸਕ੍ਰਿਮੀਨੇਸ਼ਨ ਨਾਲ ਦਿੱਤੇ ਆ। ਸਾਰਿਆਂ ਨੂੰ ਦਿੰਦੇ ਤੇ ਫਿਰ ਤੇ ਬਿਲਕੁਲ ਹੀ ਗੱਲ ਹੀ ਖਤਮ ਹੋ ਜਾਂਦੀ ਨਾ। ਫਿਰ ਤੇ ਮਤਲਬ ਇਹਦੇ ਨਾਲੋਂ 70% ਆਬਾਦੀ ਬਾਹਰ ਕੱਢਤੀ। ਕੀ ਤੁਸੀਂ ਕੋਈ ਪਾਲਿਸੀ ਬਣਾਈ ਸੀ ਜਿਹਦੀ ਕੋਈ ਬਜਟਰੀ ਐਲੋਕੇਸ਼ਨ? ਮੈਂ ਰੋਂਦਾ ਰਿਹਾ ਪਹਿਲੇ ਦਿਨ ਤੋਂ ਔਰ ਕਹਿੰਦਾ ਰਿਹਾ ਪੁੱਛੋ ਪੈਸੇ ਕਿੱਥੋਂ ਆਏ। ਦੱਸੋ ਤੁਸੀਂ ਕੋਈ ਪਾਲਿਸੀ ਇਹ ਜੀ ਤੈਅ ਕੀਤੀ ਸੀ ਇਹ ਅਨਾਉਂਸਮੈਂਟ ਕਰਨ ਤੋਂ ਪਹਿਲਾਂ ਜਿਹਦੇ 'ਚ ਤੁਹਾਡੀ ਉਹ ਪਾਲਿਸੀ ਦੇ ਵਿੱਚ ਬਜਟਰੀ ਐਲੋਕੇਸ਼ਨ ਹੋਵੇ ਔਰ ਬਜਟਰੀ ਐਲੋਕੇਸ਼ਨ ਕਿੱਥੋਂ ਆਣੀ ਹੈ ਉਹਦਾ ਕੋਈ ਵੇਰਵਾ ਹੋਵੇ? ਦੱਸੋ ਸਾਰੇ ਪੰਜਾਬ ਨੂੰ ਵੀ ਤੁਸੀਂ ਕਿੱਥੋਂ ਲਿਆਓਗੇ। ਮੈਨੂੰ ਤਾਂ ਲੱਗਦਾ ਹੈ ਕਿ ਇਹ ਇੱਕ ਇਲੈਕਸ਼ਨ ਗਿਮਿਕ ਹੈ। ਤੁਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਨਹੀਂ ਅਨਾਉਂਸਮੈਂਟ ਕੀਤੀ। ਜੇ 8 ਜੁਲਾਈ ਨੂੰ ਕਰਨੀ ਤਾਂ ਤੁਸੀਂ 7 ਜੁਲਾਈ ਨੂੰ ਕਹਿੰਦੇ ਵੀ ਭਾਈ 8 ਨੂੰ ਕਰ ਰਹੇ ਹੋ। ਤੁਸੀਂ ਪੰਜਾਬ ਦੀ ਪਿੱਠ ਦੇ ਉੱਤੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਇਲੈਕਸ਼ਨ ਲੜਨੇ ਚਾਹੁੰਦੇ ਹੋ। ਇਸ ਕਰਕੇ 3 ਮਹੀਨੇ ਪਹਿਲਾਂ ਅਨਾਉਂਸਮੈਂਟਾਂ ਕਰ ਰਹੇ ਹੋ। ਵੈਸੇ ਤੇ ਤੁਹਾਡੀ ਹਰੀ ਪੈਨ ਦੀ ਸਿਆਹੀ ਮੁੱਕ ਗਈ, ਹੁਣ ਤੇ ਨੀਲੇ ਪੈਨਾਂ ਦੀ ਗੱਲ ਕਰਦੇ ਹੋ ਤੁਸੀਂ। ਗੱਲ ਸਮਝੋ ਨਾ ਕਿ ਅੱਜ ਤੁਸੀਂ ਕਰੋੜਾਂ ਰੁਪਈਆਂ ਦੇ ਇਸ਼ਤਿਹਾਰ ਪੰਜਾਬ ਸਰਕਾਰ ਦੇ ਬਾਹਰਲੇ ਸੂਬਿਆਂ ਦੇ ਵਿੱਚ ਦੇ ਰਹੇ ਹੋ। ਤੁਹਾਨੂੰ ਕਿਹਨੇ ਇਖਤਿਆਰ ਦਿੱਤਾ ਕਿ ਤੁਸੀਂ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਬਾਹਰਲੇ ਅਖਬਾਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਲਵਾਓ? ਇਹ ਬਹੁਤ ਸੰਗੀਨ ਸੰਜੀਦਗੀ ਵਾਲਾ ਮਸਲਾ ਸਾਹਿਬ। ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਤੁਸੀਂ ਆਹ ਕੁਝ ਕਰ ਰਹੇ ਹੋ। ਮੈਨੂੰ ਦੱਸੋ ਪਾਲਿਸੀ ਡਰਿਵਨ ਤੁਹਾਡੇ ਕੋਲ ਕੀ ਹੈ? ਜਿਹੜੇ ਕਹਿੰਦੇ ਹੁੰਦੇ ਕਾਰਪੋਰੇਸ਼ਨ ਬਣਾਵਾਂਗੇ, ਉਹ ਅੱਜ ਦੀਪ ਮਲਹੋਤਰੇ ਵਰਗੇ ਬੰਦਿਆਂ ਨਾਲ
ਸਾਰੀ ਦਿੱਲੀ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਰਤੀ ਸ਼ਰਾਬ ਦੀ। ਮੈਂ ਕੋਈ ਉਹਦੇ ਹੱਕ 'ਚ ਨਹੀਂ, ਬਟ ਸਭ ਤੋਂ ਵੱਧ ਪੈਸੇ ਉੱਥੋਂ ਨਿਕਲਦੇ ਆ। 20,000 ਕਰੋੜ ਰੁਪਈਆ ਮੈਂ ਉੱਥੋਂ ਕੱਢ ਦੂੰ ਤੇ 30,000 ਕਰੋੜ ਰੁਪਈਆ ਮੈਂ ਕਰਪਸ਼ਨ ਬੰਦ ਕਰਕੇ ਕੱਢ ਦੂੰ। ਫਿਰ ਕੱਢ ਲੈ ਭਾਈ, ਫਿਰ ਦੇ ਦੇਣੇ ਸੀ ਸਾਰੀ ਕੈਟਾਗਰੀ ਨੂੰ, ਫਿਰ ਜਨਰਲ ਕੈਟਾਗਰੀ ਨੂੰ। ਇਹ ਕੈਟਾਗਰਾਈਜ਼ ਕਿਉਂ ਕਰਦਾ ਪੰਜਾਬ ਤੇ ਜਾਤ ਪਾਤ ਮੰਨਦਾ ਹੀ ਨਹੀਂ। ਪੰਜਾਬ ਤੇ ਕਹਿੰਦਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ। ਕੱਢ ਭਾਈ 20,000 ਕਰੋੜ ਰੁਪਈਆ। ਮੈਂ ਚੈਲੰਜ ਕਰਦਾ, ਜਦ ਤੱਕ ਠੇਕੇਦਾਰੀ ਸਿਸਟਮ ਹੈ ਪੰਜਾਬ 'ਚ, ਤੂੰ 200 ਕੱਢ ਕੇ ਖਾ। ਪਹਿਲੇ ਦਿਨ ਤੋਂ ਕਹਿੰਦਾ ਸੀਗਾ ਵੀ ਠੇਕੇਦਾਰੀ ਸਿਸਟਮ 'ਚ ਜਿੱਦਣ ਤੇਲੰਗਾਨਾ ਨੇ ਕੀਤੇ 10 ਕਰੋੜ ਨਿਕਲਿਆ ਸੀ। ਜਿੱਦਣ ਠੇਕੇਦਾਰੀ ਸਿਸਟਮ ਅਬੋਲਿਸ਼ ਕਰਕੇ ਸੈਂਡ ਦਾ ਕੰਟਰੋਲ ਲਿਆ ਤੇ ਪਹਿਲੇ ਸਾਲ 400 ਕਰੋੜ, ਦੂਜੇ 700, ਤੀਜੇ 1200 ਤੇ 4 ਸਾਲਾਂ 2400। ਇਸੇ ਤਰ੍ਹਾਂ ਤੁਸੀਂ ਠੇਕੇਦਾਰ ਬਿਠਾਤੇ, 2-2 ਜ਼ੋਨ ਦੀ ਪਾਲਿਸੀ, 4-4 ਜ਼ੋਨ ਦੇ ਵਿੱਚ ਦਿਲ ਕਰੀ। ਤੁਸੀਂ ਕਹਿੰਦੇ ਸੀ ਪ੍ਰਾਈਵੇਟਾਈਜ਼ ਨਹੀਂ ਕਰੀ, ਸਾਰੀ ਦਿੱਲੀ ਦੇ ਗਲੀ ਗਲੀ ਸ਼ਰਾਬ ਵੇਚਣ ਲਾਤੀ ਤੁਸੀਂ ਪ੍ਰਾਈਵੇਟਾਈਜ਼। ਤੇ ਕਿਹੜੀ ਪਾਲਿਸੀ ਹੈ ਤੁਹਾਡੀ ਸ਼ਰਾਬ ਨੀਤੀ? ਦਿਓ। ਮੈਂ ਇਹ ਨਹੀਂ ਕਹਿੰਦਾ ਕਿ ਅੱਜ 1 ਮਹੀਨਾ ਹੋਇਆ ਭਾਈ ਸਰਕਾਰ ਨੂੰ ਵੱਧ ਹੋ ਦਿਓ, ਪਰ ਲਾਅ ਐਂਡ ਆਰਡਰ ਦੇ ਵਾਸਤੇ ਤਾਂ ਕੋਈ ਟਾਈਮ ਲਿਮਿਟ ਨਹੀਂ ਹੁੰਦੀ। ਉਹ ਤਾਂ ਡੇ 1 ਤੋਂ ਜਾਨ ਮਾਲ ਦਾ ਜਿਹੜਾ ਅਧਿਕਾਰ ਹੈ, ਉਹ ਪਹਿਲਾ ਫੰਡਾਮੈਂਟਲ ਰਾਈਟ ਹੈ ਕਿਸੇ ਵੀ ਬੰਦੇ ਦਾ। ਪਹਿਲਾ ਫੰਡਾਮੈਂਟਲ ਰਾਈਟ ਵੀ ਮੇਰੀ ਜਾਨ ਮਹਿਫੂਜ਼ ਰਹੇ, ਮੇਰਾ ਮਾਲ, ਮੇਰਾ ਬਿਜ਼ਨਸ ਮਹਿਫੂਜ਼ ਰਹੇ। ਖਾਸ ਤੌਰ ਤੇ ਸ਼ਹਿਰ ਪਿੰਡਾਂ ਕੀ ਚਾਹੁੰਦੇ ਆ? ਅਗਲੇ ਬਿਜ਼ਨਸ ਚਾਹੁੰਦੇ ਆ, ਅਗਲੇ ਅਮਨ ਮਾਨ ਚਾਹੁੰਦੇ ਆ, ਅਗਲੇ ਚਾਹੁੰਦੇ ਆ ਵੀ ਸਾਡੀਆਂ ਦੁਕਾਨਾਂ ਦੇ ਉੱਤੇ ਕੋਈ ਇਹੋ ਜਿਹੀ ਆਪਦਾ ਨਾ ਆਵੇ ਕਿ ਸਾਡਾ ਬਿਜ਼ਨਸ ਇਫੈਕਟ ਹੋਵੇ। ਕਿਸੇ ਨੂੰ ਦਾਤੀਆਂ ਨਾਲ ਟੁੱਕੀ ਜਾਂਦੇ ਆ, ਕਿਤੇ ਕਬਜ਼ੇ ਚੱਲੀ ਜਾਂਦੇ ਆ, ਕਿਤੇ ਫਰੌਤੀਆਂ ਹੋਈ ਜਾਂਦੀਆਂ ਨੇ, ਕਬੱਡੀ ਜੇਲ੍ਹਾਂ 'ਚੋਂ ਚੱਲੀ ਜਾਂਦੀ ਹੈ। ਹਾਂਜੀ, ਹਰ ਰੋਜ਼ ਮੈਂ ਦੇਖਦਾ ਕਦੇ ਕਿਸੇ ਨੂੰ ਵੱਢਤਾ, ਕਿਸੇ ਨੂੰ ਟੁੱਕਤਾ, ਕਿਸੇ ਵਰਕਰ ਨੂੰ ਮਾਰ ਦਿੰਦੇ ਆ, ਟਰੱਕ ਯੂਨੀਅਨ ਦੇ ਕਬਜ਼ੇ ਚੱਲੀ ਜਾਂਦੇ ਆ। ਇਹ ਲਾਅ ਐਂਡ ਆਰਡਰ ਹੈ? ਕੋਈ ਐਕਸਪਲੇਨ ਕਰਦੇ ਮੈਨੂੰ, ਇਹ ਲਾਅ ਐਂਡ ਆਰਡਰ ਹੈ? ਦੂਸਰੀ ਗੱਲ ਇਹ ਹੈ ਕਿ ਜਦੋਂ ਫਾਈਨੈਂਸ਼ੀਅਲ ਸਥਿਤੀ ਦੀ ਮੈਂ ਗੱਲ ਕਰਦਾ, ਤੁਸੀਂ ਇਨਕਮ ਕਿੱਥੋਂ ਜਨਰੇਟ ਕਰ ਰਹੇ ਹੋ ਭਾਈ ਦੱਸੋ? ਕਿਉਂਕਿ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਤਾਂ ਇਹ ਕਿਹਾ ਨਹੀਂ, ਤੁਸੀਂ ਤਾਂ ਕਿਹਾ ਪਹਿਲੇ ਦਿਨ 24 ਘੰਟੇ ਬਰਗਾੜੀ, ਨਾਲ ਦੀ ਨਾਲ ਬਰਗਾੜੀ ਦਾ ਇਨਸਾਫ ਕਰਨ ਵਾਸਤੇ 24 ਘੰਟਿਆਂ ਦੇ ਵਿੱਚ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਕਿਹਾ ਨਹੀਂ ਕਿਹਾ ਨੇ? ਹਾਂਜੀ। ਫਿਰ ਕਿਸਾਨਾਂ ਦੀ ਗੱਲ, ਤੁਹਾਨੂੰ ਪਤਾ ਹੀ ਨਹੀਂ ਖੇਤੀਬਾੜੀ ਹੁੰਦੀ ਕਿ ਉੱਥੇ 4 ਖੇਤ ਨੇ। ਠੀਕ ਹੈ, 50,000 ਅਸੀਂ ਕੰਪਨਸੇਸ਼ਨ ਦੇਵਾਂਗੇ, ਠੀਕ ਹੈ। ਝਾੜ 20 ਤੋਂ 50% ਘਟ ਗਿਆ। ਨੰਬਰ 1। ਨੰਬਰ 2, ਇਹ ਸਾਡੀ ਕਿਸਮਤ ਚੰਗੀ ਹੈ ਕਿ ਝਾੜ ਘਟਣ ਦੇ ਬਾਵਜੂਦ ਅੱਜ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਕਰਕੇ ਕਣਕ ਦੀ ਇੰਨੀ ਸ਼ਾਰਟੇਜ ਹੈ ਕਿ ਸਾਰਾ ਵਰਲਡ ਕਣਕ ਖਰੀਦਣ ਨੂੰ ਤਿਆਰ ਹੈ। ਭਾਵੇਂ ਦਾਣਾ ਛੋਟਾ ਹੈ, ਪਰ ਕਣਕ ਅੱਜ ਵੀ 3500 ਤੋਂ 4000 ਦੀ ਵਿਕਦੀ ਹੈ। ਦੱਸੋ ਤੁਸੀਂ ਕਿੱਥੇ ਭਾਗੀਦਾਰ ਬਣਾਇਆ, ਕਿੱਥੇ ਹਿੱਸੇਦਾਰ ਬਣਾਇਆ ਕਿਸਾਨ ਨੂੰ? 8 ਵਾਰ ਮੈਂ ਕਿਹਾ, ਫਿਰ ਮੀਟਿੰਗ ਕੀਤੀ ਹੈ, ਠੀਕ ਹੈ। ਕਿੱਥੇ ਹਿੱਸੇਦਾਰ ਬਣਾਇਆ ਬਾਈ? 500 ਰੁਪਏ ਮਿਨੀਮਮ ਬੋਨਸ ਹੋਣਾ ਚਾਹੀਦਾ। ਤੁਸੀਂ 1500 ਕਮਾਉਂਦੇ ਹੋ। ਈਜਿਪਟ ਦੇ ਨਾਲ 18,000 ਕਰੋੜ ਰੁਪਏ ਦਾ ਕੰਟਰੈਕਟ ਸਾਈਨ ਕੀਤਾ ਹੈ ਅਡਾਨੀ ਸਾਹਿਬ, ਤੇ ਹਰਿਆਣਾ ਕਹਿੰਦਾ ਸਾਰਾ ਚਕਾ ਦਿਓ ਜੀ ਉਹਨਾਂ ਨੂੰ। ਉਹ ਸਟੋਰੇਜ ਕਰਦਾ, ਉਹਨੂੰ ਮੈਕਸਿਮਮ ਸਪੋਰਟ ਪ੍ਰਾਈਸ, ਆਈ ਐਮ ਕੈਟੇਗੋਰੀਕਲੀ ਸੇਇੰਗ ਇਟ, ਮੈਕਸਿਮਮ ਸਪੋਰਟ ਪ੍ਰਾਈਸ ਦਿੱਤੀ ਜਾਂਦੀ ਹੈ। ਵਾਟ ਇਜ਼ ਮੈਕਸਿਮਮ ਸਪੋਰਟ ਪ੍ਰਾਈਸ? ਕਿ ਭਾਈ ਤੂੰ 15% ਸਟੋਰੇਜ ਕਰ ਲੈ, ਤੈਨੂੰ 100% ਦਾ ਕਿਰਾਇਆ ਦਿਆਂਗੇ। ਦੱਸੋ, ਹਨੇਰ FCI ਦੇ ਗੋਡਾਊਨਾਂ ਦੇ ਵਿੱਚ ਸਟੋਰੇਜ ਹੈ, ਤੂੰ 15% ਸਟੋਰੇਜ ਕਰ, ਤੈਨੂੰ 100% ਦਾ ਕਿਰਾਇਆ ਪੱਕਾ, ਤੇ ਕਿਸਾਨ ਨੂੰ ਮਿਨੀਮਮ ਸਪੋਰਟ ਪ੍ਰਾਈਸ। ਦਿਸ ਇਜ਼ ਦੀ ਆਈਨੀ ਆਫ ਦ ਸਿਚੁਏਸ਼ਨ। ਤੁਸੀਂ ਕਿਸਾਨ ਦੀ MSP 9% ਵਧਾਈ, ਡੀਜ਼ਲ ਦੇ ਰੇਟ 100% ਵਧਾਤੇ, 40 ਤੋਂ 93, ਤੇ ਤੁਸੀਂ 4 ਸਾਲਾਂ ਦੇ ਵਿੱਚ MSP 160 ਰੁਪਏ ਵਧਾਈ 40 ਰੁਪਏ। DAP ਦੀ ਖਾਦ ਨਕਲੀ ਮਿਲਦੀ ਹੈ ਅਸਲੀ ਲਿਫਾਫਿਆਂ 'ਚ।
ਰੇਟ ਦੁੱਗਣੇ ਕਰਤੇ, 2 ਰੁਪਏ ਦੇ ਕੇ 20 ਖੋਲੇ। ਇਹ ਇਨਸਾਫ ਹੈ? ਐਟਲੀਸਟ ਅੱਜ ਇੰਨਾ ਤਾਂ ਕਰੋ ਯਾਰ ਵੀ ਉਹਨੂੰ 500 ਰੁਪਏ ਦਿਓ ਜੇ ਤੁਸੀਂ 1500 ਕਮਾ ਰਹੀ। ਜੇ ਤੁਸੀਂ ਮਾਰਕੀਟ ਦਾ ਫਾਇਦਾ ਨਹੀਂ ਉਠਾਉਣਾ ਚਾਹੁੰਦੇ ਤੇ ਭਾਈ ਬਾਰਡਰ ਪਾਰ ਸਾਡੀ ਕਣਕ ਜਾਣ ਦਿਓ, ਨਾ ਜਾਣ ਦਿਓ ਬੰਦਾ ਭਾਈ, ਲਾ ਲਓ ਸਕੈਨਰ। 35 ਦੇਸ਼ ਨੇ, ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸੀ। 2000 ਦੀ ਕਣਕ 3500 ਦੀ ਵਿਕੂ, ਉੱਥੇ 4000 ਦੀ। 3000 ਦੀ ਬਾਸਮਤੀ ਸਾਹਿਬ 7000 ਦੀ। 5 ਰੁਪਏ ਦਾ ਮਟਰ 50 ਦਾ, 25 ਰੁਪਏ ਦਾ ਅਦਰਕ 150 ਦਾ, 55 ਰੁਪਏ ਦਾ ਦੁੱਧ 150 ਦਾ। ਦੱਸੋ ਇਹ ਜੀ ਕਿਹੜੀ ਦੁਨੀਆ ਦੀ ਮਾਰਕੀਟ ਹੈ ਸਾਹਿਬ? ਲੇਕਿਨ ਤੁਸੀਂ ਸਾਡਾ ਸਮਾਨ ਚੱਕਦੇ ਹੋ 2100 ਕਿਲੋਮੀਟਰ ਅਡਾਨੀ ਸਾਹਿਬ ਦੇ ਪੋਰਟ ਤੇ ਲੈ ਜਾਂਦੇ। 2100 ਕਿਲੋਮੀਟਰ, 22 ਕਿਲੋਮੀਟਰ ਦਾ ਰਸਤਾ ਹੀ ਪਾ ਲਓ। 2100 ਕਿਲੋਮੀਟਰ, ਫਿਰ ਉਹਦੇ ਪੋਰਟ ਦੇ ਉੱਤੇ ਸਾਰਾ ਵਾਹਵਾਈ ਹੁੰਦੀ ਹੈ, ਫਿਰ ਉੱਥੋਂ ਫਿਰ ਦੁਬਈ ਕਿਤੇ ਜਾਂਦਾ। ਵਾਏ ਕਰਾਚੀ ਬੰਬੇ ਖੁੱਲਾ ਅਮੀਰਾਂ ਦੀ, ਭਾਈ ਫਿਰੋਜ਼ਪੁਰ। ਇੱਥੇ ਯੂਰਪ ਤਹਿਸ ਨਹਿਸ ਹੋ ਗਿਆ ਸੀ, ਇਰੇਸ ਟੂ ਦ ਗਰਾਊਂਡ, ਯੂਰਪ ਖਤਮ ਹੋ ਗਿਆ ਸੀ। ਬਾਰਡਰ ਖੋਲੇ, ਸਾਰਾ ਕੁਝ ਚੱਲ। ਇਹ ਸੋਲੂਸ਼ਨਸ ਨੇ ਸਾਹਿਬ, ਇਹਨੂੰ ਕੋਈ ਝੁਠਲਾ ਨਹੀਂ ਸਕਦਾ। ਅੱਜ 70000 ਬੰਦੇ ਇੱਥੇ ਕਰਤਾਰਪੁਰ ਜਾਏ, ਕੀ ਹੋ ਗਿਆ ਜੀ? ਹਾਂਜੀ ਕਲੜ ਸਾਹਿਬ ਆ ਜਾਓ, ਸਮਝੋ ਮੇਰੀ ਗੱਲ। ਦੂਜੀ ਚੀਜ਼ ਮੈਂ ਹੁਣ ਤੁਹਾਨੂੰ ਆਗਾਹ ਕਰ ਰਿਹਾ ਅੱਜ ਵੀ ਅੱਜ ਦੀ ਡਿਮਾਂਡ ਬਿਜਲੀ ਦੀ, ਔਰ ਮੈਂ ਤੁਹਾਨੂੰ ਪੂਰਾ ਕੈਟੇਗਰੀਕਲੀ ਵਿਦ ਫਿਗਰਸ ਦੇਵਾਂਗਾ। ਅੱਜ 7500 ਦੀ ਡਿਮਾਂਡ ਚੱਲਦੀ ਹੈ ਸਾਹਿਬ, ਤੇ ਕੱਟ ਦੇਖ ਲਓ, ਪੁੱਛ ਲਓ ਪਿੰਡਾਂ ਦੇ ਵਿੱਚ ਕੱਟ ਕਿੰਨੇ ਲੱਗੇ, ਸ਼ਹਿਰਾਂ 'ਚ ਲੱਗਣ ਲੱਗੇ ਛੋਟੀ ਭੈਣ। ਹੁਣ ਤੁਸੀਂ ਇਮੇਜਿਨ ਕਰੋ ਕਿ 7500 ਦੀ ਡਿਮਾਂਡ ਦੇ ਉੱਤੇ ਸ਼ਹਿਰਾਂ 'ਚ ਕੱਟ ਲੱਗੀ ਜਾਂਦੇ ਆ, ਥਰਮਲ ਪਲਾਂਟ ਥ੍ਰੈਟ ਕਰੀ ਜਾਂਦੇ ਆ, ਜਿਹੜਾ ਰੇਟ ਹੈ ਉਹਦੇ ਨਾਲ ਵੱਧ ਮੰਗੀ ਜਾਂਦੇ ਆ। ਮੈਂ ਕੈਟੇਗੋਰੀਕਲੀ ਪੁੱਛਣਾ ਚਾਹਨਾ ਦੂਜਾ ਸਵਾਲ ਕਿ ਭਾਈ ਵਾਟ ਇਜ਼ ਦੀ ਗਵਰਨਮੈਂਟ ਡੂਇੰਗ ਟੂ ਐਨਸ਼ੋਰ that the thermal plants will not back out when we need them the most? कोई penalty clause लाया? कोई भी penalty clause है? And what are you doing to ensure the proper supply of coal? कोला 30 दिनों का mandatory है, आज 8 दिनों का रह गया। सारे पीपीए जिन्ने पीपीए ने, लिस्ट ऑफ ऑल पीपीएस जिन्ने भी हैगे ने, एंड दी न्यू अरेंजमेंट्स दैट यू हैव मेड शुड बी मेड पब्लिक। दसो तुम किन्ने दी बिजली खरीदते हो भाई, मेक इट पब्लिक। तुम तो कहते सी सारे सुनते सी, सानू दिओ जी सरकार, ताइयां फसलों ते एमएसपी ठा, सानू दिओ सरकार, पहले दिन ही पीपीए रद्द, कौन रोकदा? मैं कहना लिस्ट पब्लिक नूं दसो। दूसरी गल, की तुसी रीनैगोशिएट कर रहे हो? आर यू रीनैगोशिएटिंग? मैं पढ़िया लिखा बंदा, मैनूं पता है कि जे कॉन्ट्रैक्ट वन साइडेड होवे, हाउ डू यू डू इट? टैरिफ ऑर्डर दिओ। चन्नी सरकार वेले मैं जाके छोटे भाई तो चन्नी तो कह के कि पब्लिक इंटरस्ट दे विच टैरिफ ऑर्डर कढ। ਜਦੋਂ ਤੂੰ ਪਬਲਿਕ ਇੰਟਰਸਟ ਦੇ ਵਿੱਚ ਟੈਰਿਫ ਆਰਡਰ ਕੱਢੇਗਾ, ਇਟ ਇਜ਼ ਮੈਂਡੇਟਰੀ ਫॉर द ਰੈਗੂਲੇਟਰੀ ਅਥਾਰਟੀ ਟੂ ਡੂ ਇਟ ਇਨ ਪਬਲਿਕ ਇੰਟਰਸਟ। ਜਦੋਂ ਬਿਜਲੀ ਬਾਜ਼ਾਰ ਦੇ ਵਿੱਚ 2 ਰੁਪਏ ਦੀ ਮਿਲ ਰਹੀ ਹੈ ਸੋਲਰ, ਤੁਸੀਂ 16 ਦੀ ਕਿਵੇਂ ਲੈ ਰਹੇ ਹੋ ਬਾਈ? ਪਬਲਿਕ ਨੂੰ ਤੁਸੀਂ ਕਿਉਂ ਸਜ਼ਾ ਦੇ ਰਹੇ ਹੋ ਬਾਈ? ਇਹ ਪਬਲਿਕ ਇੰਟਰਸਟ ਦੇ ਵਿੱਚ ਅਸੀਂ 3 ਰੁਪਏ ਬਿਜਲੀ ਘਟਾਤੀ ਸੀ ਟੈਰਿਫ ਆਰਡਰ ਨਾਲ। ਆਰ ਯੂ ਗੋਇੰਗ ਟੂ ਡੂ ਇਟ? ਉਹਦੇ ਨਾਲ ਜਦੋਂ ਸੈਂਟਰ ਦੀ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਰੇਟ ਚੁੱਕ ਰਹੀ ਸੀ, आई 10 तो 15 रुपये रेट मारे थले थले करो, डू इट इन द इंटरेस्ट ऑफ द पीपल ऑफ पंजाब who have voted for you and we accept their mandate with folded hands. दो करो जी। दसो जी तुसी की रीनैगोशिएशन की है? और मैं अखीर दे विच कहना कि जिहड़ा पुछवाड़ा कोल माइन है, हाँ
ਕੋਈ ਪਛਵਾੜਾ ਕਹਿੰਦਾ, ਕੋਈ ਪਥਵਾਰਾ, ਇਹ ਠੀਕ ਹੈ ਜੀ, ਇਹਨਾਂ ਦਾ ਬਿਲਕੁਲ ਠੀਕ ਹੈ ਪਥਵਾਰਾ। ਪਛਵਾੜਾ ਜਿਹੜੀ ਕੋਲ ਮਾਈਨ ਹੈ ਉਹ ਅੱਜ ਭਾਜੀ ਤੁਹਾਡੀ ਇਨਫੋਰਮੇਸ਼ਨ ਦੇ ਲਈ ਉਹ ਇੱਕ ਪ੍ਰਾਈਵੇਟ ਕੰਪਨੀ ਨੇ ਖੁਲਵਾਈ ਹੈ, ਕਿਸੇ ਪੰਜਾਬ ਸਰਕਾਰ ਨੇ ਨਹੀਂ ਖੁਲਵਾਈ। ਕਿਉਂ ਬਈ? ਜਦੋਂ ਕੋਲਾ ਤੁਹਾਡਾ ਆ ਨਹੀਂ ਰਿਹਾ, ਇਹਦਾ ਮਤਲਬ ਉਹ ਗੱਲਾਂ ਸੱਚੀਆਂ ਨੇ ਵੀ ਤੁਸੀਂ ਚਾਹੁੰਦੇ ਹੀ ਨਹੀਂ ਉਹ ਖੁੱਲੇ, ਤੁਸੀਂ ਚਾਹੁੰਦੇ ਹੋ ਤੁਸੀਂ ਮਹਿੰਗਾ ਕੋਲਾ ਲਾਓ, ਅੱਟੀਆਂ ਸੱਟੀਆਂ। I'm not casting aspersions, but you need to prevent and prepare rather than repent and repair. Are we always going to be repenting and repairing? ਭਾਈ when is the ਪੁਸ਼ਵਾਰਾ ਕੋਲ ਮਾਈਨ ਸਟਾਰਟਿੰਗ? ਮੈਨੂੰ ਲੱਗਦਾ 4 ਮਹੀਨੇ ਲੱਗਣਗੇ। ਇਸ ਕਰਕੇ ਜੇ 4 ਮਹੀਨੇ ਲੱਗਣਗੇ ਤੇ ਮਹੀਨੇ 2 ਬਾਅਦ 16,000 ਮੈਗਾਵਾਟ ਡਿਮਾਂਡ ਹੈ, ਝੋਨਾ ਲੱਗੂ। ਤਾਂ ਦੱਸੋ ਕੀ ਪ੍ਰਬੰਧ ਹੈ ਤੁਹਾਡਾ? Do you have any arrangements? ਲੋਕਾਂ ਨੂੰ ਅਵੇਅਰ ਕਰੋ। ਕਿਉਂ ਨਹੀਂ ਜੀ ਅਵੇਅਰ ਕਰਦੇ ਅਸੀਂ? ਇੱਕ ਗੱਲ ਦੀ ਮੈਂ ਤਾਰੀਫ ਕਰਦਾ, ਜਿਹੜੀ ਕਿ ਮੈਂ ਪੰਜਾਬ ਮਾਡਲ 'ਚ ਕਹਿੰਦਾ ਹੁੰਦਾ ਸੀ ਕਿ ਦਾਲਾਂ ਦੇ ਉੱਤੇ MSP ਦੇਾਂਗੇ। ਕਹਿੰਦਾ ਸੀ, ਦੱਸੋ, ਕਹਿੰਦਾ ਸੀ ਆਇਲ ਸੀਡਸ, ਦਾਲਾਂ, ਮੱਕੀ। ਅੱਜ ਚੀਫ ਮਿਨਿਸਟਰ ਨੇ ਮੰਨ ਲਿਆ ਵੀ ਦਿੱਲੀ ਨਹੀਂ, ਅਸੀਂ ਪੰਜਾਬ ਮਾਡਲ ਤੇ ਹੀ ਚੱਲਦੇ। ਉਹ ਕਹਿੰਦਾ ਮੱਕੀ ਤੇ ਦੇਾਂਗੇ। ਬੜੀ ਵਧੀਆ ਗੱਲ ਹੈ। ਤੇ ਮੂੰਗੀ ਦੀ ਦਾਲ ਤੇ ਦਿਆਂਗੇ, ਬੜੀ ਵਧੀਆ ਗੱਲ ਹੈ। ਡਾਈਵਰਸਿਫਿਕੇਸ਼ਨ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ। ਕੋਈ ਮਤਲਬ ਠੇਕਾ ਥੋੜਾ ਲਿਆ ਕ੍ਰਿਟਿਸਾਈਜ਼ ਕਰਨ ਦਾ। ਜਿਹੜੀ ਗੱਲ ਚੰਗੀ ਹੈ ਭਾਈ, ਕ੍ਰੈਡਿਟ ਤੇਰਾ, ਇਤਿਹਾਸ ਤੇਰਾ, ਤਾਕਤ ਤੇਰੀ, ਲੋਕਾਂ ਨੇ ਦਿੱਤੀ, ਲਾ ਜੈ ਜੈਕਾਰ ਕਰ। ਵੀ ਕੈਨੋਟ ਅਫੋਰਡ ਟਿਊਬਵੈਲਸ ਐਨੀ ਮੋਰ। ਲੋਨ ਲੈ ਕੇ, ਕਰਜ਼ਾ ਲੈ ਕੇ ਟਿਊਬਵੈਲ ਲਾਉਣੇ ਆ, ਫਿਰ ਪਾਣੀ ਕੱਢੀ ਜਾਂਦਾ, ਡਾਰਕ ਜ਼ੋਨ ਬਣੀ ਜਾਂਦੇ ਆ। ਵੀ ਨੀਡ ਟੂ ਡਾਈਵਰਸਿਫਾਈ। ਤੇ ਵਾਟ ਬੈਟਰ ਵੇ ਕਿ ਜਿਹੜਾ ਤੁਸੀਂ ਦਾਲਾਂ ਬਾਹਰੋਂ ਲੈਂਦੇ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ ਵਿਧਾਨ ਸਭਾ ਦੇ ਬਾਹਰ ਖੜ ਕੇ, ਸਾਲ ਪਹਿਲਾਂ ਮੈਂ ਕਿਹਾ ਕਿ ਭਾਈ ਦਾਲਾਂ ਜਿਹੜੀਆਂ ਤੁਸੀਂ ਆਟਾ ਦਾਲ ਸਕੀਮ ਲਈ ਬਾਹਰੋਂ ਇੰਪੋਰਟ ਕਰਦੇ ਹੋ, ਆਇਲ ਸੀਡ 70% ਇੰਡੀਆ ਇੰਪੋਰਟ ਕਰ ਰਿਹਾ। ਉਹ ਭਾਈ ਤੁਸੀਂ ਲਾਓ, ਹਰਿਆਣਾ ਕਰਦਾ, ਤੁਸੀਂ ਲਾਓ ਪੰਜਾਬ 'ਚ, ਦਾਲਾਂ ਲਾਓ, ਆਇਲ ਸੀਡ ਲਾਓ, ਉਹਨੂੰ ਫਿਨਿਸ਼ ਕਰੋ, ਤੇਲ ਬਣਾਓ, ਦਿਓ। ਦੈਟਸ ਅ ਵੰਡਰਫੁਲ ਵੇ ਆਫ ਗੈਟਿੰਗ ਦਿਸ ਸਟੇਟ ਅਪ, ਦੀ ਰਿਵਾਈਵਲ, ਦੀ ਰੈਜ਼ਰੈਕਸ਼ਨ। ਮੈਂ ਉਹਦੀ ਤਾਰੀਫ ਕਰਦਾ। ਇਹ 2 ਵੱਡੇ ਮੁੱਦੇ ਨੇ ਸਾਹਿਬ। ਤੀਸਰਾ ਲਾਅ ਐਂਡ ਆਰਡਰ। ਹੁਣ ਮੈਂ ਮੇਨ ਗੱਲ ਦੇ ਉੱਤੇ ਆ ਰਿਹਾ। ਕੋਈ ਇਹ ਨਹੀਂ ਵੀ ਮੈਂ ਥਾਂ ਥਾਂ ਤੇ ਜਾਣਾ ਆਪਣੇ ਸਾਥੀਆਂ ਦੇ ਨਾਲ, ਜਿਹੜੇ ਕਿ ਮੇਰੇ ਸਹਿਯੋਗੀ ਨਹੀਂ, ਮਤਲਬ ਮੇਰੀ ਜਿੰਦ ਜਾਨ ਨੇ। ਸਾਰੀ ਕਾਂਗਰਸ, ਕਦੇ ਕੋਈ ਆਇਆ ਹੁੰਦਾ, ਕਦੇ ਕੋਈ, ਅੱਜ ਵੀ 20-25 ਲੋਕ ਨੇ। ਆਹ ਨਵਤੇਜ ਕਹਿੰਦਾ ਭਾਜੀ ਮੈਂ ਤਾਂ ਇੰਨਾ ਹਤਾਸ਼ ਆ, ਮੈਂ ਪੱਗ ਨਹੀਂ ਬੰਨੀ ਪਿਛਲੇ 20, ਮੈਂ ਸਾਫਾ ਬਣਵਾ, ਮੈਂ ਦੇਖ ਸ਼ੀਸ਼ੇ 'ਚ ਕਿੰਨਾ ਸਮਾਰਟ ਲੱਗਦਾ। ਚੱਲ ਚਲੀਏ ਆਪਾਂ ਪੰਜਾਬ ਲਈ ਲੜਾਂਗੇ। ਦੇਖੋ, ਪੰਜਾਬ ਲਈ ਲੜਨਾ ਇਜ਼ ਅ ਹਿਊਜ ਮੋਟੀਵੇਸ਼ਨ। ਇਹ ਕੋਈ ਅਹੁਦਿਆਂ ਦੀ ਲੜਾਈ ਥੋੜਾ ਨਾ ਹੈ, ਸਮਝਦੇ ਹੋ ਮੇਰੀ ਗੱਲ? ਇਸ ਕਰਕੇ ਅਸੀਂ ਵੀ ਵਿਲ ਕੰਟੀਨਿਊ ਟੂ ਡੂ ਇਟ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਪਰਸੋਂ ਗਵਰਨਰ ਸਾਹਿਬ ਨੂੰ ਮਿਲ ਰਿਹਾ। ਆਈ ਹੈਵ ਆਲਰੇਡੀ ਟੇਕਨ ਟਾਈਮ। ਇਹ ਕੋਈ ਫਾਰਮੈਲਿਟੀਆਂ ਨਹੀਂ ਹੋ ਰਹੀਆਂ, ਤੁਰਥੇ ਹੀ ਜਾਵਾਂਗੇ। ਪਰਸੋਂ ਥਰਸਡੇ ਆਈ ਐਮ ਮੀਟਿੰਗ ਦੀ ਗਵਰਨਰ, ਸਾਥੀਆਂ ਦੇ ਨਾਲ। ਜਿਹੜਾ ਬੰਦਾ ਆਉਣਾ ਚਾਹਵੇ ਪੰਜਾਬ ਦਾ ਹਿਤੈਸ਼ੀ ਇਜ਼ ਮੋਸਟ ਵੈਲਕਮ। ਪ੍ਰਧਾਨ ਆਉਣਾ ਚਾਹਵੇ, ਮੈਂ ਪਿੱਛੇ ਹਟ ਜੂ, ਪ੍ਰਧਾਨ ਅੱਗੇ ਲਾ ਦੇਂਗੇ, ਉਹਦਾ ਹੱਕ ਹੈ, ਸਮਝਦੇ ਹੋ? ਮੈਂ ਗਵਰਨਰ ਸਾਹਿਬ ਨੂੰ 11 ਵਜੇ, ਉਹਨਾਂ ਨੇ 3 ਮੈਂਬਰ ਦਾ ਡੈਲੀਗੇਸ਼ਨ ਮੰਗਿਆ ਸੀ, ਨਾਮ ਲਿਖਾਤੇ ਸੀ। ਵੈਸੇ ਨਾਮ ਪਹਿਲਾਂ ਲਿਖਾਉਣੇ ਪੈਂਦੇ ਆ, ਅਸੀਂ 3 ਨਾਮ ਦੇ ਚੁੱਕੇ ਹਾਂ। ਰਾਈਟ, 11 ਵਜੇ ਅਸੀਂ ਜਾਵਾਂਗੇ। ਉੱਥੇ ਜਿਹੜਾ ਬੰਦਾ, ਨਾ ਮੈਂ ਕਦੇ ਪ੍ਰੈਸ ਤੋਂ ਭੱਜਿਆ, ਨਾ ਮੈਂ ਬੰਦ ਕਮਰਿਆਂ ਦੇ ਵਿੱਚ ਕੋਟ ਪੈਂਟ ਪਾ ਕੇ ਗੱਲਾਂ ਕਰਦਾ। ਮੈਂ ਤਾਂ ਸ਼ਰੇਆਮ ਸਾਰਿਆਂ ਦੇ ਸਾਹਮਣੇ ਗੱਲ ਕਰਦਾ। ਔਰ ਜਵਾਬਦੇਹੀ ਹੋਣ ਦੀ ਤਾਕਤ ਹੈ ਮੇਰੇ 'ਚ, ਮੋਰਲ ਅਥਾਰਟੀ ਹੈ ਮੇਰੇ 'ਚ। ਇਸ ਕਰਕੇ 11 o'clock Thursday about the burning issues of Punjab। ਸੋ ਨਾਮ ਵੀ ਦੱਸ ਦਿਓ, ਕੌਣ ਕੌਣ ਜਾ ਰਹੇ ਜੀ? ਅਸੀਂ ਦੇਖੋ ਲਾਅ ਐਂਡ ਆਰਡਰ ਤੇ ਵੀ ਗੱਲ ਕਰਾਂਗੇ। ਆਉਣ ਵਾਲੀ ਵਿੱਤੀ ਜਿਹੜੀ ਪਰਿਸਥਿਤੀ ਹੈ, ਫਾਈਨੈਂਸ਼ੀਅਲ ਕੰਡੀਸ਼ਨ ਆਫ ਦ ਸਟੇਟ, we will talk about electricity, ਕਿ 2 ਮਹੀਨਿਆਂ ਬਾਅਦ ਕਿਸੇ ਨੂੰ ਦਿੱਕਤ ਨਾ ਹੋਵੇ। ਹੋਰ ਕੁਝ ਹੋਰ ਵੀ ਹੋ ਸਕਦਾ ਹੈ। we will go and tell ਗਵਰਨਰ ਸਾਹਿਬ ਕਿ ਸਰ ਇਹ ਇਹਤਿਆਤ ਵਰਤੇ ਜਾਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਉਹ ਸਹੂਲੀਅਤ ਮਿਲੇ। ਇਹ ਬੜੀ ਵੱਡੀ ਮੋਟੀਵੇਸ਼ਨ ਹੈ ਸਾਡੀ। ਐਂਡ we'll do it on Thursday, all are invited। ਹੁਣ ਮਹਾਰਾਜ
मैं एक बेनती करना चाहना, तुसी एक एक करके सवाल पूछो। एक मिनट मेरी एक मिनट, एक पहला हाथ जोड़ के पहला एक मिनट। दूजी गल मुद्दे ये सी किते सवाल पुछ के मुद्दे ही ना किसी होर पासे तोड़ दो। एक मिनट भाजी मेरी देखो प्लीज, मैं किते नहीं जाता जब तक तुसी सवाल पूछने। मैं एक मिनट, ये असली पंजाब दे लोकां दी ਜ਼ਿੰਦਗੀ ਨੂੰ ਬਿਹਤਰ ਕਰਨ ਦੀਆਂ ਗੱਲਾਂ ਨੇ। ਇਹ ਮੁੱਦਿਆਂ ਦੀ ਪਹਿਰੇਦਾਰੀ ਹੈ ਜਿਹੜੀ ਜਿਹਦਾ ਬੀੜਾ ਅਸੀਂ ਚੁੱਕਿਆ, ਔਰ ਕਾਂਗਰਸ ਇਹ ਕਰਦੀ ਰਹੇਗੀ। ਸਮਝਦੇ ਮੇਰੀ ਗੱਲ? ਮੈਂ ਕਰਾਂਗਾ, ਪ੍ਰਧਾਨ ਕਰੇਗਾ, ਬਾਜਵਾ ਸਾਹਿਬ ਕਰਨਗੇ, ਸਾਰੇ ਕਰਨਗੇ। ਅੱਜ ਉਹਨਾਂ ਨੇ ਕਿਹਾ ਮੈਂ ਕਰਾਂ, ਮੈਂ ਮੋਸਟ ਵੈਲਕਮ। 2 ਦਿਨ ਪਹਿਲਾਂ ਰਾਜੇ ਦਾ ਫੋਨ ਆਇਆ ਮੈਨੂੰ, ਕਹਿੰਦਾ ਭਾਜੀ ਮੈਂ ਆਉਣਾ। ਮੈਂ ਹੁਣੇ ਆ ਜਾ, ਅੱਜ ਹੀ ਆ ਜਾ। 4 ਬੰਦੇ ਸੀਗੇ ਨਾਲ, ਮੈਂ ਕਿਹਾ ਜੀ ਅੱਜ ਹੀ ਆ ਜਾ। ਕਹਿੰਦਾ ਨਹੀਂ ਭਾਜੀ ਮੈਂ 2 ਦਿਨਾਂ ਬਾਅਦ ਆਊਂਗਾ। ਮੈਂ ਮੋਸਟ ਵੈਲਕਮ। ਠੀਕ ਹੈ, ਉਹ ਲੋਕਾਂ ਦੇ ਘਰਾਂ ਜਾ ਰਿਹਾ। ਜਿੱਦਣ ਮੇਰੇ ਘਰੇ ਆਊਗਾ ਸਾਰੇ ਦਰਵਾਜ਼ੇ ਖੁੱਲੇ। ਅੱਜ ਤੱਕ ਨਹੀਂ ਆਇਆ, ਚਲੋ ਕੋਈ ਗੱਲ ਨਹੀਂ, ਜਿੱਦਣ ਆਉਣਾ ਚਾਹੇ ਉਦਣ ਆ ਸਕਦਾ। ਮੈਂ ਪਬਲਿਕਲੀ ਕਹਿ ਰਿਹਾ। ਠੀਕ ਹੈ ਜੀ। ਜਿੱਦਣ ਉਹ ਅੰਮ੍ਰਿਤਸਰ ਆਇਆ 10 ਦਿਨ ਪਹਿਲਾਂ ਪ੍ਰੋਗਰਾਮ ਬਣਿਆ ਹੋਇਆ ਸੀਗਾ ਢਿੱਲੋਂ ਸਾਹਿਬ। ਇਟ ਵਾਸ ਮੇਡ 10। ਤੁਸੀਂ ਮੇਰੇ ਟਵਿੱਟਰ ਤੇ ਜਾਇਓ। ਮੈਂ ਢਿੱਲੋਂ ਸਾਹਿਬ ਦੇ ਘਰੇ ਗਿਆ ਸੀਗਾ, ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਜਿਹੜਾ ਬਲੱਡ ਕਲੌਟ, ਤੇ ਮੈਂ ਉਹਨਾਂ ਦੇ ਘਰੇ ਗਿਆ ਸੀ। ਉੱਥੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਤੁਸੀਂ ਦੱਸੋ ਕਦੋਂ ਠੀਕ ਹੋਇਆ? ਕਹਿੰਦਾ ਮੈਂ ਯਾਰ ਤੂੰ ਆਇਆ ਹੁਣ ਮੈਂ ਤੇ ਘੋੜੇ ਵਰਗਾ ਹੋ ਜਾਣਾ। ਤੇ ਮੈਂ ਕਿਹਾ ਜੀ ਤੁਸੀਂ ਜਦੋਂ ਹੋ ਜਾਣਾ ਮੈਨੂੰ ਫੋਨ ਕਰਨਾ। ਕਹਿੰਦੇ 10 ਦਿਨਾਂ ਬਾਅਦ ਮੇਰੇ ਕੋਲ ਘਰੇ ਆਣਾ ਉੱਥੇ। ਮੈਂ ਕਿਹਾ ਜੀ ਮੈਂ ਆ ਜਾਣਾ, ਉਦੋਂ ਡੇਟ ਫਿਕਸ ਹੋ। ਦੇਖੋ ਇਹਦਾ ਵੇ ਆਊਟ ਮੈਂ ਉਦੋਂ ਵੀ ਦੱਸਦਾ ਸੀਗਾ, ਅੱਜ ਵੀ ਮੈਂ ਕਿਹਾ ਇਹਦਾ ਵੇ ਆਊਟ ਇਹ ਹੈ ਕਿ ਪਾਲਿਸੀ ਡਰਿਵਨ ਬਜਟਰੀ ਐਲੋਕੇਸ਼ਨ। ਪਾਲਿਸੀ ਬਣਾਉਣ ਨੂੰ ਭੈਣ ਜੀ ਤੁਹਾਨੂੰ ਬਹੁਤ ਰਿਸਰਚ ਕਰਨੀ ਪਏਗੀ, ਤੁਹਾਨੂੰ ਬਹੁਤ ਕੁਝ ਦੇਖਣਾ ਪਏਗਾ, ਤੁਹਾਨੂੰ ਸਟੱਡੀਜ਼ ਕਰਨੀਆਂ ਪੈਣਗੀਆਂ, ਫਿਰ ਤੁਹਾਡੀ ਪਾਲਿਸੀ ਬਣੇਗੀ। ਫਿਰ ਉਹ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਪੈਸੇ ਕਿੰਨੇ ਲੱਗਣਗੇ, ਉਹ ਬਜਟਰੀ ਐਲੋਕੇਸ਼ਨ ਹੋਏਗੀ। ਫਿਰ ਉਹ ਬਜਟਰੀ ਐਲੋਕੇਸ਼ਨ ਜਿਹੜੀ ਹੈ ਬਜਟ 'ਚ ਪਾਸ ਹੋਏਗੀ, ਤਾਂ ਜਾ ਕੇ ਉਹ ਜ਼ਮੀਨ ਦੇ ਉੱਤੇ ਲਾਗੂ ਹੋਏਗੀ। ਨਹੀਂ ਤੇ ਗੱਲਾਂ ਦਾ ਕੜਾ ਹੈ ਜਿਹੜਾ ਸਾਰੇ ਵਰਤਾਈ ਜਾਂਦੇ ਹੈ। ਔਰ ਮੈਂ ਪਹਿਲੇ ਦਿਨ ਦਾ ਕਹਿਣਾ ਕਿ ਜੇ ਪੰਜਾਬ ਆਏਗਾ ਸਹੀ ਰਾਹ ਦੇ ਉੱਤੇ ਤੇ ਨੀਤੀਗਤ ਤਰੀਕੇ ਦੇ ਨਾਲ ਆਏਗਾ, ਨੀਤੀਆਂ ਦੇ ਨਾਲ। ਦੇਖੋ ਭਾਜੀ ਮੈਂ ਆਪਣੀ ਗੱਲ ਨੂੰ ਰੀਇਟਰੇਟ ਕਰਦਾ, ਜਿਹੜੀਆਂ ਗੱਲਾਂ ਮੈਂ ਪਹਿਲਾਂ ਦੁਹਰਾਈਆਂ ਨੇ ਉਹਨਾਂ ਨੂੰ ਸ਼ਾਇਦ ਬਾਰ-ਬਾਰ ਦੁਹਰਾਉਣਾ ਚਾਹੀਦਾ। ਮੈਂ ਇੱਕ ਗੱਲ ਕਹੀ ਸੀ ਕਿ ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲਿਆਂ ਨੂੰ ਛੱਡ ਕੇ ਪੰਜਾਬ ਦੀ ਹਰ ਸਮੱਸਿਆ ਦਾ ਹੱਲ ਇਨਕਮ ਹੈ। ਤੁਸੀਂ ਅਗਰ ਰਿਸਰਚ ਸੈਂਟਰ ਖੋਲ੍ਹਣਾ ਹੈ, ਤੁਸੀਂ ਅਗਰ ਕੋਈ ਵੀ ਸੈਂਟਰ ਖੋਲ੍ਹਣਾ ਹੈ, ਤੁਹਾਨੂੰ ਉਹਨੂੰ ਚਲਾਉਣ ਦੇ ਲਈ ਪੈਸੇ ਚਾਹੀਦੇ ਨਾ ਸਰ। ਸਮਝੇ ਨਹੀਂ? ਇਨਕਮ ਤਾਂ ਸਾਰੀ ਲੋਕਾਂ ਦੀ ਨਿੱਜੀ ਜੇਬ 'ਚ ਜਾਈ ਜਾਂਦੀ ਹੈ। ਉਸ ਮਾਫੀਏ ਦੇ ਖਿਲਾਫ ਮੈਂ ਲੜਿਆ, ਔਰ ਮੈਂ ਪਹਿਲੇ ਦਿਨ ਤੋਂ ਪਹਿਲੀ ਕੈਬਨਿਟ ਤੋਂ ਸੱਤਾ ਨਹੀਂ ਮਾਣੀ, ਉਸ ਸੱਤਾ ਨੂੰ ਸਵਾਲ ਕੀਤੇ ਵੀ ਮਹਾਰਾਜ ਲਾਓ ਇਹ ਪਾਲਿਸੀ। ਇੱਕੋ ਚੀਜ਼ ਐਸੀ ਹੈ ਜਿਹੜੀ GST ਤੋਂ ਬਾਹਰ ਹੈ, ਰੇਤਾ ਸ਼ਰਾਬ। ਲਾਓ ਵੈਟ। ਜੇ ਤਮਿਲਨਾਡੂ 36,000 ਕਰੋੜ ਰੁਪਈਆ ਕੱਢ ਸਕਦਾ ਹੈ ਔਰ ਬਗੈਰ ਅੱਧੀ ਖਪਤ ਸਾਡੀ ਡਬਲ, ਤੇ ਭਾਈ ਅਸੀਂ ਕਿਉਂ ਨਹੀਂ? ਨੌਕਰੀਆਂ ਆਪਣੇ ਆਪ ਆਣਗੀਆਂ। ਉਹ 40,000 ਨੂੰ ਦਿੰਦੇ ਆ, 300 ਕਰੋੜ ਰੁਪਏ ਦੀ ਨੌਕਰੀ ਦਿੰਦੇ ਹੋ। ਠੀਕ ਹੈ ਜੀ। ਰੇਤਾ। ਪਰ ਕਿਉਂਕਿ ਪੰਜਾਬ ਦੇ ਵਿੱਚ ਠੇਕੇਦਾਰੀ ਸਿਸਟਮ ਹੈ, ਔਰ ਠੇਕੇਦਾਰ ਅੱਗੇ ਹੈ ਤੇ ਪਿੱਛੇ ਕੋਈ ਹੋਰ ਹੈ, ਤੁਹਾਨੂੰ ਵੀ ਪਤਾ ਕਿਹੜਾ ਹੈ, ਕਿਸੇ ਦਾ ਕੁੱਕ ਹੈ ਤੇ ਕਿਸੇ ਦਾ ਕੋਈ ਹੈ। ਸਮਝਦੇ ਹੋ ਮੇਰੀ ਗੱਲ? ਉਹ ਠੇਕੇਦਾਰੀ ਸਿਸਟਮ ਦੇ ਪਿੱਛੇ ਖੜਾ ਪੋਲੀਟੀਸ਼ੀਅਨ ਜਾਂ ਕੋਈ ਹੋਰ ਕੋਈ ਵੀ ਹੋ ਸਕਦਾ ਹੈ। ਠੀਕ ਹੈ ਜੀ। ਮੈਂ ਕਿਸੇ ਦਾ ਨਾਂ ਲਿੱਤਾ ਹੀ ਨਹੀਂ ਅੱਜ ਤੱਕ। ਉਹ ਆਨੰਦ ਮਾਣ ਰਹੇ ਨੇ, ਕਾਟਲ ਬਣੇ ਹੋਏ ਨੇ। ਕਾਟਲ ਕੱਢੋ L1 ਦੇ ਲਾਇਸੈਂਸ 15,000 ਕਰੋੜ ਰੁਪਏ ਇਹਦੇ ਰਿਸ਼ਤੇਦਾਰਾਂ ਕੋਲ ਨੇ, ਪਿਛਲੇ ਵੀ ਕੱਢ ਲਓ। ਚਲੋ ਡੰਕੇ ਦੀ ਚੋਟ ਤੇ ਕਹਿੰਦਾ ਇਹੀ ਹੈ ਇਮਾਨਦਾਰੀ ਦੀ ਤਾਕਤ, ਇਹ ਮੋਰਲ ਅਥਾਰਟੀ ਦੀ ਤਾਕਤ ਹੈ। ਸਵਾਲ ਕਰਨ ਵਾਲਾ ਉਹੀ ਹੋ ਸਕਦਾ, ਨਹੀਂ ਤਾਂ ਪਰਾਏ ਪੁੱਤ ਫੱਟਦੇ ਨੇ, ਬਾਂਹ ਮਰੋੜ ਕੇ ਈਡੀ ਭੇਜ ਦਿੰਦੇ ਆ। ਐਬਸੋਲੂਟਲੀ ਰਾਈਟ ਸਰ। ਤੁਸੀਂ ਜਿਹੜਾ 3 ਲੱਖ ਕਰੋੜ ਦੀ ਗੱਲ ਕਰਦੇ ਹੋ, 3 ਲੱਖ ਨਹੀਂ ਹੈ। ਮੈਂ ਬੜਾ ਕੈਟੇਗੋਰੀਕਲੀ, ਤੁਸੀਂ ਬਹੁਤ ਸੋਹਣਾ ਸਵਾਲ ਕੀਤਾ। ਇਹ 5 ਲੱਖ ਕਰੋੜ ਹੈ, ਕਿਉਂਕਿ 5 ਲੱਖ ਕਰੋੜ 'ਚ ਸੌਫਟ ਲੋਨ ਨੇ। ਪੁੱਛੋ ਕਿਹਦੀ ਸਰਕਾਰ ਦੇ ਵਿੱਚ ਰੈਸਟ ਹਾਊਸ ਵੀ ਗਿਰਵੀ ਰੱਖਤੇ, ਮਿਊਨਿਸਪਲ ਕਮੇਟੀ ਦੀਆਂ ਬਿਲਡਿੰਗਾਂ ਗਿਰਵੀ ਪਈਆਂ ਨੇ, ਔਰ ਕੌਡੀਆਂ ਦੇ ਰਹੇ। ਤੁਸੀਂ ਪਤਾ ਕਰੋ, ਸਰਕਟ ਹਾਊਸ ਵਿਕ ਗਏ, ਸਰਕਟ ਹਾਊਸ ਵਿਕ ਗਏ, ਹਾਂਜੀ, ਜੇਲਾਂ ਵਿਕੀਆਂ। ਤੇ ਉਹ ਮਹਾਰਾਜ 3 ਲੱਖ ਕਰੋੜ 'ਚ ਨਹੀਂ ਆਉਂਦਾ, ਉਹ 3 ਲੱਖ ਕਰੋੜ ਤੋਂ ਅੱਡ ਹੈ। ਇਸ ਕਰਕੇ ਮੈਂ ਕਹਿੰਦਾ ਸਾਹਿਬ, ਤੁਹਾਡਾ ਬੜਾ ਸੋਹਣਾ ਸਵਾਲ ਹੈ। ਇਸ ਕਰਕੇ ਮੈਂ ਕਹਿੰਦਾ ਕਿ ਮੈਨੂੰ ਕੋਈ ਲੋੜ ਨਹੀਂ ਸੀ ਕਿ ਮੈਂ ਇੰਨੀ ਇਨਕਮ ਨੂੰ ਛੱਡ ਕੇ ਮੈਂ ਮੌਤਾਜੀ ਹੈ, ਮੈਂ ਕੋਈ ਮਿਨਿਸਟਰ ਦੇ ਕਰਕੇ ਜਾਣਾ।
ਹਾਂਜੀ 30 ਸਾਲ ਕ੍ਰਿਕਟ ਖੇਡਿਆ, ਕਮੈਂਟਰੀਆਂ ਕੀਤੀਆਂ, ਮਤਲਬ ਤੁਸੀਂ ਕੀ ਜਾਣੋ। ਲੇਕਿਨ ਮੈਨੂੰ ਸੰਤੁਸ਼ਟੀ ਇਹਦੀ ਹੈ ਕਿ ਮੈਨੂੰ ਪਤਾ ਮੈਂ ਅਗਲੀ ਪੀੜ੍ਹੀ ਦੀ ਲੜਾਈ ਲੜ ਰਿਹਾ। ਸਮਝੋ ਮੇਰੀ ਗੱਲ। ਔਰ ਇਹ ਬਹੁਤ ਵਧੀਆ ਸਵਾਲ ਹੈ। ਮੈਂ ਕਹਿੰਦਾ ਜੇ ਰਿਕਵਰੀ ਕਰਨੀ ਹੈ ਨਾ, ਮੇਰੀ ਕਮੇਟੀ ਬਣੀ ਸੀ ਜ਼ਮੀਨਾਂ ਦੱਬਣ ਵਾਲੀ, ਮੈਂ ਲੜ ਕੇ ਲਈ ਸੀ। ਸੈਂਡ ਦੀ ਕਮੇਟੀ ਮੈਂ ਲੜ ਕੇ ਲਈ ਸੀ, ਸ਼ਰਾਬ ਦੀ ਦਿੱਤੀ ਨਹੀਂ ਕਿਉਂਕਿ ਪਤਾ ਸੀ ਸਰਦਾਰ ਪੋਤੜੇ ਖੋਲ ਦੂ। ਠੀਕ ਹੈ, ਮੈਂ ਫਿਰ ਵੀ ਖੋਲਦਾ ਰਿਹਾ। ਉਹ ਕਮੇਟੀ ਦੀ ਰਿਪੋਰਟ ਕਢਾ ਲੈਣ। ਉਸ ਕਮੇਟੀ ਦੇ ਵਿੱਚ ਦੇਖੋ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਹੈ, 1.5 ਲੱਖ ਕਰੋੜ ਰੁਪਏ ਦੀ ਜ਼ਮੀਨ ਤਾਂ ਕੱਲੀ ਮੋਹਾਲੀ ਡਿਸਟ੍ਰਿਕਟ 'ਚ ਹੈ। 28 ਡਿਸਟ੍ਰਿਕਟ ਨੇ ਤੇ ਕਈ ਕਿਉਂ ਜਾਂਦੇ ਹੋ। ਤੇ ਜਿਹਨੂੰ ਮੈਂ ਬਣਾ ਕੇ ਦਿੱਤੀ ਰਿਪੋਰਟ, ਉਹਦਾ ਨਾਂ ਸੀ ਵਿੱਚ। ਮੈਂ ਕਹਿ ਰਿਹਾ ਉਹਦਾ ਨਾਂ ਸੀ। ਇਹਦੇ ਮੈਂ ਤਾਂ ਨਹੀਂ ਦਿੱਤਾ ਨਾਂ ਦਿੱਤਾ ਜਸਟਿਸ ਕੁਲਦੀਪ ਸਿੰਘ ਨੇ, ਪੜ੍ਹ ਲਓ। ਹੁਣ ਜਿਹਨੂੰ ਮੈਂ ਦੇ ਰਿਹਾ, ਜਦੋਂ ਉਹੀ ਵਿੱਚ ਦੱਬੀ ਬੈਠਾ 300, ਤੇ ਇਨਸਾਫ ਕਿੱਥੋਂ ਹੋਣੇ ਆ। ਅੱਜ ਉਹ ਨਹੀਂ ਹੈਗੇ, ਅੱਜ ਉਹ ਨਹੀਂ, ਮੈਂ ਨਾਂ ਨਹੀਂ ਲੈਣੇ ਫਿਰ ਕਿਸੇ ਦੇ। ਅੱਜ ਉਹ ਨਹੀਂ ਹੈਗੇ, ਤੁਸੀਂ ਨਵੇਂ ਹੋ ਕੇ ਆਏ ਹੋ, ਠੋਕ ਦਿਓ। ਮੈਂ ਕਹਿੰਦਾ, ਮੈਂ ਵਧਾਈ ਦਿੰਦਾ। ਚੋਰ ਨੂੰ ਠੋਕਣ ਦੇ ਵਿੱਚ ਕੋਈ ਉਹ ਕਿੰਤੂ ਪਰੰਤੂ ਹੈ? ਰਗੜ ਦਿਓ। ਕੌਣ ਰੋਕਦਾ? ਮੈਂ ਨਾ ਕੌਣ ਰੋਕਦਾ? ਮੈਂ ਕਹੂੰਗਾ ਵੀ ਸਾਰਿਆਂ ਦੇ ਨਾਂ ਕਰੋ। ਆ ਖਹਿਰਾ ਸਾਹਿਬ ਵੀ ਕਹੀ ਜਾਂਦੇ ਆ, ਮੈਨੂੰ ਫੋਨ ਕਰਦਾ ਰਹੋ, ਲਓ ਕਰੋ ਲਾਗੂ ਨਾਲ ਦੀ ਨਾਲ। ਔਰ ਦੱਸੋ ਵੀ ਕਿਹੜੇ ਕਿਹੜੇ ਪਤਵੰਤੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਦੱਬੀਆਂ। ਭਾਈ ਜੀ, ਮੈਂ ਜਾਖੜ ਸਾਹਿਬ ਨੂੰ, ਕਿਸੇ ਨੂੰ ਵੀ ਕਾਂਗਰਸ ਦੇ ਬੰਦੇ ਨੂੰ ਮਿਲ ਸਕਦਾ। ਇਹਦੇ 'ਚ ਨੋਟਿਸ ਕਿੱਥੋਂ ਆ ਗਿਆ? ਨੋਟਿਸ ਬਾਰੇ ਮੈਂ ਇਹੀ ਕਹਿਣਾ ਹੈ, ਬੱਸ 'ਚ ਫੱਟੀ ਲੱਗੀ ਹੁੰਦੀ ਹੈ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਤੁਸੀਂ ਗੱਲ ਤਾਂ ਕਰ ਰਹੇ ਜੀ। ਸਿੱਧੂ ਸਾਹਿਬ ਸੁਰਜੀਤ ਸਿੰਘ ਧਮਾਨ ਬੈਠੇ ਨੇ, ਰਾਜਾ ਵੜਿੰਗ ਦਾ ਵਿਰੋਧ ਕੀਤਾ ਸੀ, ਪਾਰਟੀ ਤੋਂ ਬਾਹਰ ਕੀਤਾ ਸੀ, ਪਰ ਅੱਜ ਤੁਹਾਡੇ ਨਾਲ ਬੈਠੇ ਨੇ। ਦੇਖੋ ਮੇਰੀ ਗੱਲ ਨੂੰ ਸੁਣੋ, ਮੈਂ ਪਾਰਟੀ 'ਚ ਸੀ, 100 ਬੰਦਿਆਂ ਨੇ ਮੇਰਾ ਵਿਰੋਧ ਕੀਤਾ, ਮੈਂ ਕੁਝ ਕਿਹਾ? ਆਪਣੇ ਆਪ ਸਹੀ ਮੰਨਦੇ ਹੋ? ਦੇਖੋ ਮੇਰੀ ਇੱਕ ਗੱਲ ਨੂੰ ਸਮਝ ਲਓ, ਮੈਂ ਧਮਾਨ ਨੂੰ ਇੱਕ ਐਸਟ ਮੰਨਦਾ ਪਹਿਲੇ ਦਿਨ ਤੋਂ। ਜਿਹੜਾ ਬੰਦਾ 3 ਵਾਰ ਐਮਐਲਏ ਬਣ ਗਿਆ, ਸਮਝਿਆ ਨਹੀਂ। ਔਰ ਜਿਹੜਾ ਬੰਦਾ ਆਪਣੇ ਸੂਬੇ ਦੇ ਵਿੱਚ, ਮੈਂ ਤੇ ਜਿਹੜਾ ਪ੍ਰਧਾਨ ਲਾਇਆ ਸੀ ਜ਼ਿਲ੍ਹੇ ਦਾ, ਮੈਂ ਤਾਂ ਇਹਨਾਂ ਨੂੰ ਪੁੱਛ ਕੇ ਲਾਇਆ ਸੀ, ਜਸਵਿੰਦਰ ਨੂੰ ਇਲੈਕਸ਼ਨ ਲੜਾਈ। ਵੇਖੋ ਸਵਾਲ ਇੰਨਾ ਹੀ ਹੈ ਕਿ ਤੁਹਾਡੇ ਨਿੱਜੀ ਕਿਸੇ ਨਾਲ ਡਿਫਰੈਂਸ ਹੋ ਸਕਦੇ ਆ, ਹੋਣ। ਇਹ ਡੈਮੋਕ੍ਰੇਸੀ ਦੀ ਬਿਊਟੀ ਹੈ ਕਿ ਤੁਸੀਂ ਕਿਸੇ ਨਾਲ, ਤੁਹਾਡੇ ਡਿਫਰੈਂਸ ਓਪੀਨੀਅਨ, ਤੁਸੀਂ ਇੱਕ ਸੰਸਥਾ 'ਚ ਕੰਮ ਕਰਦੇ ਹੋ, ਡਿਫਰੈਂਸ। ਲੇਕਿਨ ਉਹਦਾ ਮਤਲਬ ਇਹ ਥੋੜਾ ਨਾ ਵੀ ਹੁਣ ਇੱਕ ਦੂਜੇ ਤੋਂ ਪਾਸੇ ਹੋ ਜਾਈਏ। ਮੈਂ ਮਿਲਦਾ ਜਾਖੜ ਸਾਹਿਬ ਨੂੰ, ਮਿਲਦਾ, ਕਈ ਬੰਦਿਆਂ ਨੇ ਮੈਨੂੰ ਗਾਲਾਂ ਕੱਢੀਆਂ, ਮੈਂ ਜਵਾਬ ਵੀ ਨਹੀਂ ਦਿੰਦਾ, ਕਿਉਂਕਿ ਮੇਰੀ ਲੜਾਈ ਛੋਟੀ ਨਹੀਂ ਹੈ, ਨਿੱਜੀ ਨਹੀਂ ਹੈ। ਮੇਰੀ ਲੜਾਈ ਪੰਜਾਬ ਦੀ ਹੈ। ਮੈਨੂੰ ਮਾੜਾ ਕਹਿਣ ਨਾਲ ਮੈਂ ਮਾੜਾ ਹੋ ਜੂ? ਭਾਈ ਜੀ, ਤੁਸੀਂ ਬੜਾ ਸੋਹਣਾ ਸਵਾਲ ਕੀਤਾ। ਕਾਂਗਰਸ ਨੇ ਤਾਂ ਲਾਸਟ ਡੇ ਮੈਨੀਫੈਸਟੋ ਕੀਤਾ, ਉਸ ਕੀ ਹੈ? ਪੰਜਾਬ ਮਾਡਲ ਹੀ ਹੈ, ਸਾਰਾ ਪੜ੍ਹ ਲਓ। ਮੇਰੇ ਨਾਲ AICC ਦੇ ਸੈਕਟਰੀ ਬੈਠੇ ਆ, ਮੇਰੇ ਨਾਲ ਮਾਕਨ ਸਾਹਿਬ ਬੈਠੇ ਆ, ਮੇਰੇ ਨਾਲ ਉਹ 4 AICC ਦੇ ਬੰਦੇ ਹੋਰ ਬੈਠੇ ਆ, ਮੇਰੇ ਨਾਲ ਪ੍ਰਧਾਨ ਬੈਠਾ, ਮੇਰੇ ਨਾਲ ਚੀਫ ਮਿਨਿਸਟਰ ਬੈਠਾ। ਸਾਰਾ ਪੰਜਾਬ ਮਾਡਲ ਉੱਥੇ ਦਿੱਤਾ, ਤੁਸੀਂ ਦੇਖੋ, ਉਹ ਤਾਂ ਔਨ ਰਿਕਾਰਡ ਹੈ। ਦੇਖੋ ਇਹ ਫੇਰ ਇੱਕ ਬੜਾ ਵਧੀਆ ਸਵਾਲ ਹੈ। ਦੇਖੋ ਜੀ, ਤੁਸੀਂ ਇਹ ਭਾਜੀ ਇੱਕ ਮਿੰਟ, ਇਹ ਸਵਾਲ ਦੇਖੋ, ਇਹਨਾਂ ਨੇ ਨਸ਼ਿਆਂ ਦਾ ਕੀਤਾ। ਤੁਸੀਂ ਨਸ਼ੇ ਨੂੰ ਇਦਾਂ ਨਹੀਂ ਦੇਖ ਸਕਦੇ ਵੀ ਇਹ ਨਸ਼ਾ ਐਂ ਦੂਰ ਹੋ ਗਿਆ, ਟੱਕ ਦੇ। ਨੰਬਰ 1, ਤੁਸੀਂ ਨੌਜਵਾਨ ਨੂੰ ਓਪਰਚੁਨਿਟੀ ਕਿੱਥੇ ਦਿੱਤੀ ਹੈ? ਤੁਸੀਂ ਨੌਜਵਾਨ ਨੂੰ ਜਦੋਂ ਓਪਰਚੁਨਿਟੀ ਦਿਓਗੇ, ਉਹਨੂੰ ਕੋਈ ਹਾਏ ਦਿਓਗੇ, ਉਹਨੂੰ ਕੋਈ ਕੰਮ ਕਰਨ ਦੀ ਪ੍ਰੇਰਣਾ ਦਿਓਗੇ, ਉਹ ਨਸ਼ਾ ਕਿਉਂ ਕਰੂ? ਮੈਨੂੰ ਅਜੇ ਵੀ ਯਾਦ ਹੈ, ਇੱਥੇ ਕੋਕੇਨ ਹਾਈ ਹੈ, ਇੱਥੇ ਪਤਾ ਨਹੀਂ ਨੌਜਵਾਨ ਬੋਲਦੇ ਆ ਜੀ ਆ ਫਲਾਨੀ ਹਾਈ। ਸਾਨੂੰ ਤਾਂ ਛਿੱਕਾ ਮਾਰਨ ਦੀ ਹਾਈ ਹੁੰਦੀ। ਅਸੀਂ ਗਰਾਊਂਡ 'ਚ ਪਸੀਨੀ ਲੱਤ-ਪੱਤ ਹੁੰਦਾ, ਇੱਥੇ ਦੈੜ ਦੇਣੇ ਮਾਰੀਦਾ ਸੀ, ਅੱਖਾਂ ਬੰਦ ਕਰਕੇ ਅਸੀਂ ਸੋਚੀਦਾ ਯਾਰ ਆਹ ਵਜਿਆ ਠਾ। ਉਹ ਸਵੀਟ ਸਪੌਟ ਹੀ ਯਾਦ ਰਹਿੰਦਾ ਹੁੰਦਾ ਸੀ। ਸਵਾਮੀ ਵਿਵੇਕਾਨੰਦ ਕਹਿੰਦਾ ਭਾਈ ਰੱਬ ਲੱਭਣਾ ਫੁੱਟਬਾਲ ਦੀ ਗਰਾਊਂਡ 'ਚ ਮਿਲੂ ਨੌਜਵਾਨ। ਤੁਸੀਂ ਸ਼ਕਤੀ ਦਾ ਸਪੰਦਨ ਹਰੇਕ 'ਚ ਹੈ, ਤੁਸੀਂ ਉਹਨੂੰ ਸੰਚਾਲਿਤ ਕਰਨ ਲਈ ਦਿਸ਼ਾ ਦਿੱਤੀ ਹੈ। ਨੰਬਰ 1। ਨੰਬਰ 2, ਰੀਹੈਬਿਲਿਟੇਸ਼ਨ ਕਿੱਥੇ ਹੈ? ਵਿਪਰੂ ਨੋਰਫਿਨ ਦੀਆਂ ਟੇਬਲੇਟਾਂ ਦਾ ਘੁਟਾਲਾ ਹੈ, ਕਰੋੜਾਂ ਵੇਚਦੀਆਂ। ਦੱਸੋ ਕਰੋੜਾਂ ਵੇਚਦੀਆਂ? ਹਾਂਜੀ, ਦੈਟ ਇਜ਼ ਨਾਟ ਰੀਹੈਬਿਲਿਟੇਸ਼ਨ। ਵਿਪਰੂ ਨੋਰਫਿਨ ਨਾਲ ਕੋਈ ਰੀਹੈਬਿਲਿਟੇਸ਼ਨ। ਭਾਈ ਕੰਸਲਟੈਂਸੀ ਹੁੰਦੀ ਹੈ, ਘੰਟਾ ਗੱਲਾਂ ਕਰਦੇ ਨੇ ਨਿਊਰੋਪੈਥਸ ਨਾਲ। ਉਸ ਤੋਂ ਬਾਅਦ ਨਸ਼ੇ ਚੋਂ ਨਿਕਲਣ ਦੇ ਲਈ ਘੱਟ ਤੋਂ ਘੱਟ ਨਹੀਂ ਸਾਲ ਦਵਾਈਆਂ ਖਾ ਕੇ ਫਿਰ ਬੰਦਾ ਨਿਕਲਦਾ। ਨੰਬਰ 3, ਜੌਬ ਓਪਰਚੁਨਿਟੀਜ਼ ਕਿੱਥੋਂ ਆਉਣਗੀਆਂ? ਮੈਂ ਕਿਹਾ ਸੀ ਸਰਦਾਰ ਮਨਮੋਹਨ ਸਿੰਘ ਨੇ ਆ ਕਲਸਟਰ ਫਾਰਮ ਦੇ ਵਿੱਚ ਨੌਕਰੀਆਂ ਦਿੱਤੀਆਂ ਸੀ, ਅਸੀਂ ਕਲਸਟਰ ਬਣਾਵਾਂਗੇ। ਚੁੱਕ ਲਓ, ਮੇਰੇ ਘਰ ਦੀ ਥੋੜਾ ਨਾ,
ਮੇਰਾ ਤਾਂ ਅਨੁਭਵ ਹੈ 18 ਸਾਲਾਂ ਦਾ। ਚੁੱਕ ਲਓ ਕਲਸਟਰਾਂ ਦੇ ਵਿੱਚ ਦੇਖੋ ਕਿੰਨੀਆਂ ਨੌਕਰੀਆਂ ਠਾਂ ਠਾਂ ਕਰਦੀਆਂ ਬੱਚੀਆਂ। ਜਿਹੜੀ ਜਗ੍ਹਾ ਦੇ ਉੱਤੇ ਜੋ ਉਗਦਾ ਹੈ, ਜਿਹੜੀ ਜਗ੍ਹਾ ਦੇ ਵਿੱਚ ਜਿਹੜੀ ਐਕਸਪਰਟੀਜ਼ ਹੈ, ਇੱਥੇ ਕਪਾਹ ਹੈ, ਸਪਿਨਿੰਗ ਮਿਲਾਂ ਲਾਓ, ਕਲਸਟਰ ਫਾਰਮੇਸ਼ਨ ਕਰੋ ਔਰ ਨੌਜਵਾਨਾਂ ਨੂੰ ਨੌਕਰੀ। ਮੈਂ ਨੌਜਵਾਨਾਂ ਨੂੰ ਪੌਣੇ ਘੰਟੇ ਦਾ ਸੰਬੋਧਨ ਚੱਕੋ ਟਵਿੱਟਰ ਦੇ ਉੱਤੇ ਦੇਖੋ 45 ਮਿੰਟ ਦਾ, ਉਹ ਇੱਕ ਸੋਲੂਸ਼ਨ ਹੈ ਉਹਦੇ 'ਚ। ਲੇਕਿਨ ਪੋਲੀਟੀਕਲ ਵਿਲ ਚਾਹੀਦੀ ਹੈ, ਨੰਬਰ 1। ਨੰਬਰ 2 ਐਡਮਿਨਿਸਟ੍ਰੇਟਿਵ ਪਾਵਰ ਚਾਹੀਦੀ ਹੈ। ਸਾਨੂੰ ਤਾਂ ਪ੍ਰਧਾਨ ਹੋਣ ਦੇ ਨਾਤੇ ਬੰਦਾ ਨਹੀਂ ਲਾਣ ਦਿੱਤਾ। 3 ਮਹੀਨੇ ਅਸਤੀਫਾ ਦੇ ਹੀ ਰੱਖਿਆ ਵੀ ਭਾਈ ਡੀਜੀਪੀ ਬਦਲੋ। ਤਾਂ ਲੜਾਈਆਂ ਹੀ ਬੜੀਆਂ ਵੱਡੀਆਂ ਲੜੀਆਂ, ਕਿਹੜੀ ਉਹਦੇ ਦੀ ਲੜਾਈ ਲੜੀ, ਹੁਣ ਅੱਜ ਕਿਹੜੇ ਉਹਦੇ ਲਈ ਲੜ ਰਿਹਾ ਮੈਂ 3 ਗੱਲਾਂ ਕਹੀਆਂ ਸਰ। ਹਰ 5 ਪਿੰਡਾਂ ਦੇ ਵਿੱਚ ਖੇਡਾਂ ਦਾ ਇੱਕ ਓਪਰਚੁਨਿਟੀ ਹੋਣੀ ਚਾਹੀਦੀ ਹੈ। ਤੁਸੀਂ ਜ਼ਮੀਨਾਂ ਦੱਬੀਆਂ ਹੋਈਆਂ ਨੇ ਜਿਹੜੀਆਂ, ਵੈਸੇ ਵੀ ਸ਼ਾਮਲਾਟ ਦੀਆਂ ਜ਼ਮੀਨਾਂ ਨੇ, ਤੁਸੀਂ ਉੱਥੇ ਬੈਡਮਿੰਟਨ ਕੋਰਟ ਤੇ ਲਾਈ ਸਕਦੇ ਹੋ, ਬਾਸਕਟਬਾਲ ਕੋਰਟ ਤਾਂ ਲਾਈ ਸਕਦੇ ਹੋ, ਹੋਰ ਨਹੀਂ ਛੱਡੋ ਖਾੜਾ ਪੱਟ ਸਕਦੇ ਹੋ, ਕੌਡੀ। ਮਹਾਰਾਜ ਤੁਸੀਂ ਉਹ ਸਪੋਰਟਿੰਗ ਓਪਰਚੁਨਿਟੀ ਦਿਓ, ਪਹਿਲੀ ਗੱਲ। ਨੰਬਰ 2 ਤੁਸੀਂ ਓਪਰਚੁਨਿਟੀ ਦਿਓ ਜੌਬਸ ਦੀ। ਨੰਬਰ 3 ਰੀਹੈਬਿਲਿਟੇਸ਼ਨ ਦੀ। ਨੰਬਰ 4 ਮੈਂ ਜਿਹੜੀਆਂ ਗੱਲਾਂ ਕਰਦਾ ਕਲਸਟਰ ਫਾਰਮ ਦੇ ਵਿੱਚ ਜੌਬਸ ਦਿਓ ਨੌਜਵਾਨਾਂ ਨੂੰ। ਕਿੱਥੇ ਓਪਰਚੁਨਿਟੀ? ਕੋਈ ਵੀ ਟੈਲੈਂਟ ਇਜ਼ ਨਥਿੰਗ ਵਿਦਆਊਟ ਓਪਰਚੁਨਿਟੀ ਸਾਹਿਬ। ਥੇਅਰਫੋਰ ਨਸ਼ੇ ਨੂੰ ਸਿਰਫ ਇਦਾਂ ਹੀ ਨਾ ਦੇਖੋ ਵੱਡੀ ਖੋਲ ਕੇ ਨਸ਼ੇ ਰੋਕ ਦਿਆਂਗੇ, ਇਹਨੂੰ 3-4 ਪ੍ਰੋਂਗਡ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਤੇ ਫਿਰ ਨਸ਼ਾ। ਕਿੰਨੇ ਰੀਹੈਬਿਲਿਟੇਸ਼ਨ ਸੈਂਟਰ ਨੇ ਸਰ ਜਿਹੜੇ ਪੰਜਾਬ ਚੱਲਦੇ ਆ, ਦਿਖਾਓ। ਤੇ ਕਿੰਨੇ ਕ ਸਪੋਰਟਿੰਗ ਸੈਂਟਰਸ ਨੇ ਆਫ ਐਕਸਲੈਂਸ, ਕਿੰਨੇ ਕ ਇਹੋ ਜਿਹੇ ਥਾਂ ਨੇ। ਇਸ ਕਰਕੇ ਇਹ ਹੋਲਿਸਟਿਕ ਅਪਰੋਚ ਹੈ, ਬਟ ਇਹਦੇ ਲਈ ਵੀ ਫੰਡਸ ਦੀ ਲੋੜ ਹੈ। ਨੈਕਸਟ ਸਵਾਲ, ਜੇ ਪੰਜਾਬ ਕੋਲ ਆਪਣੀ ਜ਼ਰੂਰਤ ਲਈ ਪਾਣੀ ਹੈ ਨਹੀਂ ਤੇ ਦੂਆਂ ਨੂੰ ਕਿਵੇਂ ਦੇ ਦਈਏ? ਇੱਕ। ਨੰਬਰ 2 ਜੇ ਅੱਜ ਦੀ ਗੱਲ ਹੈ ਨਾ, ਜਿਹੜੀ ਇਹ ਟਿਊਬਵੈਲਾਂ ਵਾਲੀ ਪ੍ਰੋਬਲਮ ਹੈ, ਡਾਰਕ ਜ਼ੋਨ ਬਣ ਰਹੇ ਆ, ਇਹਦਾ ਜੇ ਅਸਲੀ ਕੋਈ ਸੋਲੂਸ਼ਨ ਹੈ ਤੇ ਨਹਿਰੀ ਪਾਣੀ ਹੈ ਖੇਤਾਂ 'ਚ। ਤੇ ਭਾਈ ਮੈਂ ਉਹ ਦਿਨ ਦੇਖਿਆ ਵੀ ਮੇਰਾ ਦੋਸਤ ਹੁੰਦਾ ਸੀ, ਉਹਦਾ ਫਾਦਰ ਚੀਫ ਇੰਜੀਨੀਅਰ ਹੁੰਦਾ ਸੀ ਭਗਤ ਸਿੰਘ ਸੰਧੂ। ਮੈਂ ਉਹਦੀ ਗੱਡੀ 'ਚ ਬੈਠ ਕੇ ਜਾਂਦਾ, ਟੇਲ ਤੱਕ ਪਾਣੀ ਜਾਂਦਾ ਹੁੰਦਾ ਸੀ। ਉਹ ਐਂਡ ਦੇ ਵਿੱਚ ਜਾ ਕੇ ਜਦੋਂ ਟੇਲ ਦੇ ਐਂਡ ਤੇ ਜਾਂਦੇ ਹੁੰਦੇ ਨਾ, ਔਰ ਉਹ ਰੈਸਟ ਹਾਊਸ ਜਿਹਨਾਂ 'ਚ ਅਸੀਂ ਠਹਿਰਦੇ ਹੁੰਦੇ ਸਭ ਵਿਕੇ, ਸਭ ਵੇਚਤੇ। ਮੈਂ ਨਾਂ ਨਹੀਂ ਲੈਣਾ ਕਿਹਨੇ ਵੇਚਤੇ, ਤੁਹਾਨੂੰ ਪਤਾ ਕਿਹਨੇ ਵੇਚਤੇ, ਠੀਕ ਹੈ, ਕੌਡੀਆਂ ਦੇ ਪਾਵੇ। ਉੱਥੇ ਅਸੀਂ ਠਹਿਰਦੇ ਹੁੰਦੇ, ਐਂਡ ਤੱਕ ਟੇਲ ਦੇ ਪਾਣੀ ਜਾਂਦਾ ਹੁੰਦਾ ਸੀ। ਹੁਣ ਮੋਗੇ ਕਬਜ਼ੇ ਕੀਤੇ ਹੋਏ, ਕਿੱਥੇ ਨਹਿਰੀ ਪਾਣੀ। ਇਸ ਕਰਕੇ ਪੰਜਾਬ ਦੇ ਪਾਣੀਆਂ ਨੂੰ ਅਗਰ ਤੁਸੀਂ ਦੇਖਣਾ ਹੈ ਤੇ ਉਹਨਾਂ ਨੂੰ ਪੰਜਾਬ ਦੇ ਲਈ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ। ਜੇ ਕਿਸੇ ਨੇ ਲੈਣਾ ਤੇ ਰਾਇਲਟੀ ਦੇਵੇ। ਅਸੀਂ ਸਰ ਪਹਿਲਾਂ 50-50, 100-100 ਜਿਵੇਂ ਤੁਸੀਂ ਅੱਜ ਦੇਖਿਆ ਮੋਹਤਬਰ ਬੰਦਿਆਂ ਨਾਲ ਮਿਲਾਂਗੇ, ਫਿਰ ਅਸੀਂ ਵਰਕਰ ਮੀਟਿੰਗਾਂ ਕਰਾਂਗੇ। ਨੈਕਸਟ ਗੇੜਾ ਜਿਹੜਾ ਅਗਲਾ ਆਊਗਾ ਉਹ ਵਰਕਰ ਮੀਟਿੰਗ ਹੋਏਗੀ 500 ਦੀ, 400 ਦੀ, ਹਰ ਥਾਂ ਤੇ। ਅਸੀਂ ਵਰਕਰ ਮਰ ਨਹੀਂ ਦੇਣਾ ਸਾਹਿਬ। ਇਹ ਤੇ ਕੁਕੜੀ ਦੇ ਫੰਗਾਂ ਵਾਂਗ ਖਿਲਰ ਜਾਣਗੇ, ਮੈਨੂੰ ਪਤਾ ਹੈ ਕਿਵੇਂ ਖਿਲਰਨਗੇ ਇਹ, ਮੈਨੂੰ ਪਤਾ। ਮੈਂ ਜਾਣਦਾ ਇਹਨਾਂ ਦੇ ਪੱਲੇ ਹੀ ਕੱਖ ਨਹੀਂ। ਲੋਕ ਤੇ ਇਹ ਕਹਿੰਦੇ ਇਹਨਾਂ ਦੇ ਵੱਸਦੀ ਨਹੀਂ, ਮੈਂ ਵੀ ਕਹਿੰਦਾ, ਲੇਕਿਨ ਅਸੀਂ ਮੌਕਾ ਦੇਵਾਂਗੇ। ਐਜ਼ ਐਨ ਆਪੋਜੀਸ਼ਨ ਅਸੀਂ ਸਨਮਾਨ ਕਰਾਂਗੇ, ਅਸੀਂ ਹਰ ਤਰ੍ਹਾਂ ਸਹਿਯੋਗ ਕਰਾਂਗੇ। ਇਸ ਕਰਕੇ ਪਹਿਲਾ ਕੰਮ ਇਹ ਹੈ ਵੀ 100-200 ਬੰਦਿਆਂ ਨਾਲ ਮੁਲਾਕਾਤ ਆ। ਦੇਖੋ ਪਤਵੰਤੇ ਸੱਜਣ ਨੇ, ਕੋਈ MP ਹੈ, ਕੋਈ MLA ਹੈ, ਕੋਈ ਕੁਛ ਹੈ, ਠੀਕ ਹੈ, ਔਰ ਸਾਰੇ ਹੀ ਸਿਆਣੇ ਨੇ। ਉਸ ਤੋਂ ਬਾਅਦ ਅਸੀਂ ਵਰਕਰ ਮੀਟਿੰਗ ਕਰਾਂਗੇ 500-500 ਦੀ। ਤੇ ਮਹਾਰਾਜ ਜਦੋਂ ਹੌਲੀ ਜਿਹੀ ਠੰਡ ਆਈ, ਰੈਲੀਆਂ ਦੇਖਿਓ ਥਾੜ ਕਰਦੀਆਂ। ਨਿਰਾਸ਼ਾ ਦੇ ਵਿੱਚ ਪ੍ਰਤੀਕਸ਼ਾ ਅੰਨੇ ਦੀ ਲਾਠੀ ਸਮਾਨ ਹੁੰਦੀ ਹੈ ਮਿੱਤਰਾ। ਸਬਰ ਰੱਖੀਏ, ਵੱਟ ਦਿਆਂਗੇ ਕੱਢ। ਕਿਤੇ ਨਹੀਂ ਕਾਂਗਰਸ ਹਾਰੀ ਹੈ, ਮਰੀ ਥੋੜਾ ਨਾ, ਬਰਫ਼ ਦੀ ਡਲੀ ਹੈ, ਕੋਈ ਪਿਘਲ ਜੂ ਮਿੱਤਰਾ। ਉਹਨਾਂ ਦਾ ਘਰ ਦਾ ਐਡਰੈਸ ਦੇ ਦੇਣਾ, ਜਾ ਸਵਾਲ ਪੁੱਛ। ਸਿੱਧੂ ਸਾਹਿਬ ਤੁਸੀਂ ਵਰਕਰਾਂ ਦੀ ਮੀਟਿੰਗ ਦੀ ਗੱਲ ਤੂੰ ਯਾਰ ਸਿੱਧੂ ਨੂੰ ਕੱਚਾ ਸਮਝਿਆ, ਪੁਰਾਣੇ ਚਾਵਲਾ ਮਿੱਤਰਾ ਸੀ। ਤੁਸੀਂ ਵਰਕਰਾਂ ਦੀ ਮੀਟਿੰਗ ਦੀ ਗੱਲ ਕੀਤੀ ਆ, ਪਰ ਇੱਥੇ ਅੱਜ ਬਠਿੰਡੇ ਦੀ ਜਿਹੜੀ ਲੋਕਲ ਲੀਡਰਸ਼ਿਪ ਉਹ ਗੈਰ ਹਾਜ਼ਰ। ਮੈਂ ਕਹਿੰਦਾ ਮੇਰੀ ਗੱਲ ਸੁਣੋ, ਜਿਹੜੀ ਬਠਿੰਡੇ ਦੀ ਲੋਕਲ ਜਿਹੜਾ ਉਹ ਕਿਤੇ ਜਲੰਧਰ ਫਿਰਦੀ ਸੀ, ਕਦੇ ਕਿਤੇ ਫਿਰਦੀ ਹੈ, ਕਦੇ ਕਿਤੇ ਫਿਰਦੀ, ਉਹ ਕੰਮ ਕਰ ਰਹੀ ਹੈ ਨਾ ਕਾਂਗਰਸ ਲਈ। ਤੁਹਾਡਾ ਆਉਣ ਦਾ ਪਤਾ ਨਹੀਂ। ਮੇਰੀ ਗੱਲ ਨੂੰ ਸੁਣੋ, ਮੈਨੂੰ ਉਹਨਾਂ ਦੇ ਆਉਣ ਦਾ ਪਤਾ ਸੀ। ਮੈਂ ਫੋਨ ਤੇ ਗੱਲ ਕੀਤੀ, ਮੈਂ ਬੇਟਾ ਹੁਣੇ ਆ ਜਾ। ਨਹੀਂ ਸਾਰੇ ਤਾਂ ਨਹੀਂ ਗਏ ਹੋਣਗੇ ਯਾਰ ਦੇਖ ਮੇਰੀ ਗੱਲ, ਸਾਡਾ ਕੋਈ ਧੜਾ ਹੀ ਨਹੀਂ। ਸਾਰੇ ਕਾਂਗਰਸੀ ਅੱਡ-ਅੱਡ ਕੰਮ ਕਰ ਰਹੇ ਨੇ। ਕੋਈ ਜ਼ਰੂਰੀ ਹੈ ਵੀ ਸਾਰੇ ਮੇਰੇ ਨਾਲ ਜਾਣ ਜਾਂ ਸਾਰੇ ਉਹਦੇ ਨਾਲ ਜਾਣ ਜਾਂ ਸਾਰੇ ਉਹਦੇ ਨਾਲ ਜਾਣ। ਅਸੀਂ ਕੰਮ ਕੀ ਕਰ ਰਹੇ ਹਾਂ? ਇਹ ਦੇਖ, ਪੰਜਾਬ ਦੀ ਉਥਾਨ ਦੀ ਗੱਲ ਕਰ ਰਹੇ ਹਾਂ, ਲੋਕ ਮਸਲਿਆਂ ਦੀ ਗੱਲ ਕਰ ਰਹੇ ਹਾਂ। ਕੀ ਸਵਾਰਥ ਹੈ ਭਾਈ? ਇੱਕ ਮੰਚ ਤੇ ਵੀ ਇਕੱਠੇ ਹੋ ਸਕਦੇ। ਮੈਂ ਕਿਹਾ ਬਿਲਕੁਲ ਹੋਵਾਂਗੇ। ਕੌਣ ਨਹੀਂ ਇਕੱਠਾ ਹੋਊ? ਜਿੱਦਣ ਉਹਦੀ ਉਹ ਹੋਊਗੀ ਮੈਂ ਸਭ ਤੋਂ ਅੱਗੇ ਖੜਾ ਹੂੰ। ਜਿੱਦਣ ਇਲੈਕਸ਼ਨ ਸੀ ਉਹਦੀ ਕੌਣ ਖੜਾ ਸੀ ਇੱਥੇ 75-25 ਵਾਲੀ 'ਚ? ਦੇ ਜਵਾਬ ਮਿੱਤਰਾ, ਪੁੱਛਦਾ ਹੀ ਜਾਣਦਾ ਕਿ ਦੇਣਾ ਜਾਣਦਾ ਹੈ। ਤੇ ਉਹਦੇ ਲਈ ਮੇਰਾ ਮੰਤਰਾਲਾ ਚਲਾ ਗਿਆ ਸੀ। ਇਹ ਬੋਲਿਆ ਵੀ ਨਹੀਂ ਸੀ, ਫਿਰ ਵੀ ਖੜਾ ਰਿਹਾ ਸਿੱਧੂ। ਇਹ ਵੱਡਾ ਬਲਦਾਨ ਹੈ। ਫਿਰ 75-25 ਦੀ ਗੱਲ ਕੀਤੀ ਹੈ ਮੈਂ। ਚਲੋ ਹੁਣ ਉਹਨੂੰ ਨਾ ਲਾ ਦਿਓ, ਜੇ ਚਲੀ ਗਈ ਉਹ 75-25, ਹੁਣ ਤਾਂ 100% ਖੜਾ ਇੱਥੇ। ਦੇਖੋ ਮੇਰਾ ਕੀ ਕਹਿਣਾ, ਲੋਕਾਂ ਨੇ ਬੀਜ ਤੇ ਲੱਗਦਾ ਸੀ ਤੁਹਾਨੂੰ ਪਹਿਲਾਂ ਨਾਲ। ਦੇਖੋ ਮੇਰੀ ਇੱਕ ਗੱਲ ਨੂੰ ਸਮਝੋ, ਮੇਰੇ ਕਹਿਣ ਦਾ
ਕੋਈ ਫਰਕ ਨਹੀਂ ਪੈਣਾ। ਨਹੀਂ ਸੁਣੋ ਪੋਲਿਟਿਕਸ ਦੇ ਵਿੱਚ ਕਿਸੇ ਲੀਡਰ ਦੇ ਕਹਿਣ ਦਾ ਤਦ ਫਰਕ ਪੈਂਦਾ ਜੇ ਲੋਕ ਉਹਦੇ ਤੇ ਅਮਲ ਕਰਨ। ਅਸਲ ਦੇ ਵਿੱਚ ਅਸਲੀ ਤਾਕਤ ਜਿਹੜੀ ਹੈ ਨਾ ਲੋਕ ਸਮਝਦੇ ਨਹੀਂ। ਅਸਲੀ ਤਾਕਤ ਤੇ ਲੋਕਾਂ ਦੀ ਹੈ। ਫੈਸਲਾ ਕਿਹਨੇ ਕਰਨਾ ਹੈ, ਕਰਵਾਉਣਾ ਕਿਹਨੇ ਹੈ, ਉਹ ਪੰਜਾਬ ਦੇ ਲੋਕਾਂ ਨੇ ਕਰਵਾਉਣਾ। ਮੈਂ ਤੇ ਕਹਿ ਸਕਦਾ ਸੀ ਔਰ ਮੈਂ ਬੜੀ ਟੰਕੇ ਦੀ ਚੋਟ ਦੇ ਉੱਤੇ ਕਿਹਾ। ਉਹ ਕਹਿਣ ਦੀ ਤਾਕਤ ਮੇਰੀ ਕੀ ਹੈ? ਇਮਾਨਦਾਰੀ। ਵੀ ਮੇਰੇ ਲਈ ਰਾਜਨੀਤੀ ਧੰਦਾ ਨਹੀਂ, ਨਾ ਮੇਰੀ ਖੱਡ ਚੱਲੇ, ਨਾ ਮੇਰਾ ਕੋਈ ਬਿਜ਼ਨਸ, ਮੈਂ ਤੇ ਪੱਲਿਓਂ ਲਾਏ ਨੇ। ਆ ਹੁਣ ਦੇਖ ਲਓ ਕਣਕ ਫੁਕੀ ਹੈ, ਮੈਂ ਜਦੋਂ ਮੇਰੇ ਕੋਲ ਪਏ ਹੁੰਦੇ ਮੈਂ 35 ਲੱਖ ਦੇ ਆਇਆ ਸੀ, 1.25 ਕਰੋੜ ਰੁਪਈਆ ਦੇ। ਦੱਸੋ ਕੋਈ ਬੰਦਾ ਹੈ? ਅੱਛਾ ਪਾਰਟੀ ਬਦਲੀ ਤੇ ਰਾਜ ਸਭਾ ਛੱਡ ਕੇ ਕੋਈ ਲੈਣ ਥੋੜਾ ਨਾ ਆਏ ਸੀ, ਦੱਸੋ। ਇਸ ਕਰਕੇ ਅੱਜ ਵੀ ਇਹ ਸਾਰੇ ਬੰਦੇ, ਕਾਲੜਾ ਸਾਹਿਬ ਥੋੜਾ ਲੇਟ ਆਏ ਆ, ਇਹ ਸਾਰੇ ਬੰਦੇ ਅੱਜ 20-25 ਐਮਐਲਏ ਆ ਇੱਥੇ ਜਿਹੜੇ ਐਮਐਲਏ ਦੇ ਇਲੈਕਸ਼ਨ, ਇਹ ਸਾਰੇ ਬੰਦੇ ਪੰਜਾਬ ਖਾਤਰ ਖੜੇ ਆ ਮਹਾਰਾਜ। ਤੇ ਜੇ ਅਸੀਂ ਪੰਜਾਬ ਖਾਤਰ ਖੜਾਂਗੇ ਤਾਂ ਹੀ ਸੱਤਾ ਲੈ ਸਕਦੇ। ਸੱਤਾ ਲੈਣ ਲਈ ਨਹੀਂ ਖੜੇ, ਸੱਤਾ ਲੋਕਾਂ ਦੀ ਜ਼ਿੰਦਗੀ ਬਦਲਣ ਲਈ, ਗੱਪਾਂ ਮਾਰਨ ਲਈ ਨਹੀਂ, ਗੱਲਾਂ ਦੇ ਕੜਾ ਲਈ ਨਹੀਂ। ਮੇਰੀ ਗੱਲ ਨੂੰ ਸੁਣੋ, ਹਰ ਚੀਜ਼ ਜਿਹੜੀ ਹੈ, ਕੋਈ ਮੈਨੂੰ ਐਂ ਦੱਸੋ 57 ਸਾਲ ਦੀ ਉਮਰ 'ਚ ਕੋਈ ਬੰਦਾ ਨਿਆਣਾ ਹੁੰਦਾ? ਮੈਨੂੰ ਐਂ ਦੱਸ। ਜਦੋਂ ਅਸੀਂ ਆਪੋਜੀਸ਼ਨ ਨੂੰ ਜਵਾਬਦੇਹੀ ਬਣਾ ਰਹੇ ਹਾਂ, ਪੰਜਾਬ ਦੇ ਮੁੱਦੇ ਚੱਕ ਰਹੇ ਹਾਂ, ਅਸੀਂ ਪੰਜਾਬ ਦੇ ਵੀ ਭਲੇ ਲਈ ਕਰ ਰਹੇ ਹਾਂ, ਕਾਂਗਰਸ ਦੇ ਵੀ ਭਲੇ ਲਈ ਕਰ ਰਹੇ ਹਾਂ। ਇੱਦਾਂ ਹੀ ਉੱਠੂ ਕਾਂਗਰਸ, ਘਰੇ ਬਹਿ ਕੇ ਤਾਂ ਨਹੀਂ ਉੱਠਣੀ। ਥੈਂਕ ਯੂ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਲਾਈਕ ਕਰੋ ਸਾਡਾ Facebook ਪੇਜ।